ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡੇਈ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਕੁਝ ਸਥਾਨਕ, ਕੁਝ ਰਾਸ਼ਟਰੀ ਅਤੇ ਕੁਝ ਅੰਤਰਰਾਸ਼ਟਰੀ ਮੁੱਦਿਆਂ ਉੱਪਰ ਗੱਲਬਾਤ ਕਰਾਂਗੇ। ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਸਾਡੀ ਟੀਮ ਦੇ ਅਹਿਮ ਮੈਂਬਰ ਸਰਦਾਰ ਗੁਰਿੰਦਰ ਸਿੰਘ ਜੀ। ਆਓ ਜੀ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭਾਜੀ ਜੀ ਆਇਆਂ ਨੂੰ, ਆਪ ਜੀ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਭਾਜੀ ਰੀਸੈਂਟਲੀ ਓਲੰਪਿਕਸ ਟੋਕੀਓ 2020 ਜਿਹਨੂੰ ਆਪਾਂ ਖੇਡਾਂ ਦਾ ਮਹਾਕੁੰਭ ਕਹਿ ਲਈਏ ਤੇ ਕੋਈ ਅਤਕਥਨੀ ਨਹੀਂ ਹੋਏਗੀ, ਬਿਲਕੁਲ ਜੀ, ਮੁਕੰਮਲ ਹੋ ਕੇ ਹਟਿਆ। ਮਾਹੌਲ ਟੋਟਲੀ ਡਿਫਰੈਂਟ ਸੀਗਾ, ਐਨਵਾਇਰਨਮੈਂਟ ਡਿਫਰੈਂਟ ਸੀਗਾ। ਕੋਵਿਡ ਨੇ ਵੀ ਕਾਫੀ ਪ੍ਰਭਾਵ ਪਾਇਆ ਇਹਨਾਂ ਖੇਡਾਂ ਦੇ ਉੱਪਰ। ਸੋ ਕੁੱਲ ਮਿਲਾ ਕੇ ਇਹ ਖੇਡਾਂ ਜਿਹੜੀਆਂ ਸੀਗੀਆਂ ਕਿਵੇਂ ਰਹੀਆਂ ਤੁਹਾਡੀ ਨਜ਼ਰ ਦੇ ਵਿੱਚ? ਦੇਖੋ ਜੀ, ਤੁਸੀਂ ਗੱਲ ਕੀਤੀ ਹੈ ਕੋਵਿਡ ਦੀ ਜੀ। ਬਿਨਾਂ ਸ਼ੱਕ, ਕਿਉਂਕਿ ਅਸੀਂ ਓਲੰਪਿਕ 2020 ਕਹਿੰਦੇ ਹਾਂ, ਲੇਕਿਨ 21 ਦੇ ਵਿੱਚ ਇਸੇ ਕਰਕੇ ਹੋਈਆਂ ਕਿਉਂਕਿ 2020 ਦੇ ਵਿੱਚ ਹੋ ਨਹੀਂ ਸਕੀਆਂ। ਬਿਲਕੁਲ ਕੋਵਿਡ ਦਾ ਪ੍ਰਕੋਪ ਸੀ ਸਾਰੀ ਦੁਨੀਆ ਦੇ ਵਿੱਚ। ਲੇਕਿਨ ਸਭ ਤੋਂ ਪਹਿਲਾਂ ਤਾਂ ਮੈਂ ਇਸੇ ਤੋਂ ਹੀ ਇਸ ਗੱਲ ਦੀ ਸ਼ੁਰੂਆਤ ਕਰਨਾ ਚਾਹਾਂਗਾ ਕਿ ਸਲੂਟ ਹੈ ਉਸ ਮੁਲਕ ਨੂੰ, ਉਸ ਕੰਟਰੀ ਨੂੰ, ਜਾਪਾਨ ਨੂੰ, ਜਿਨ੍ਹਾਂ ਨੇ ਇਸ ਦੌਰ ਦੇ ਵਿੱਚ ਸਕਸੈਸਫੁਲੀ ਇਹ ਜਿਹੜੀਆਂ ਖੇਡਾਂ ਇਹ ਨੇਪਰੇ ਚਾੜੀਆਂ ਨੇ। ਸਾਰੇ ਇਵੈਂਟ ਜਿਹੜੇ ਨੇ ਉਹ ਪ੍ਰੋਪਰਲੀ ਆਯੋਜਿਤ ਕੀਤੇ ਗਏ ਔਰ ਅਸੀਂ ਇਹੀ, ਕਿਉਂਕਿ ਸਾਰੇ ਮੁਲਕਾਂ ਦੇ ਖਿਡਾਰੀ ਜਿਹੜੇ ਨੇ ਆਪਣੇ ਆਪਣੇ ਮੁਲਕ ਵਾਪਸ ਆ ਚੁੱਕੇ ਨੇ, ਕੁਝ ਜਿੱਤ ਕੇ ਆਏ ਨੇ, ਕੁਝ ਹਾਰ ਕੇ ਆਏ ਨੇ। ਲੇਕਿਨ ਇਹ ਲੱਗਦਾ ਹੈ ਕਿ ਬਿਨਾਂ ਕਿਸੇ ਖਾਸ ਜਾਂ ਕੁਝ ਦੁਸ਼ਵਾਰੀਆਂ ਦੇ ਇਹ ਖੇਡਾਂ ਸੰਪੰਨ ਹੋਈਆਂ ਨੇ। ਸੋ ਜਾਪਾਨ ਸਭ ਤੋਂ ਵੱਡਾ ਤਾਂ ਜਿਹੜੀ ਪਹਿਲੀ ਗੱਲ ਹੈ ਕਿ ਉਹ ਵਧਾਈ ਦੇ ਪਾਤਰ। ਬਿਲਕੁਲ। ਦੂਸਰੀ ਗੱਲ ਹੈ ਕਿ ਇੱਕਾ ਦੁੱਕਾ ਛੋਟੀਆਂ ਮੋਟੀਆਂ ਏਡੇ, ਜਿਵੇਂ ਤੁਸੀਂ ਦੱਸਿਆ ਕਿ ਮਹਾਕੁੰਭ ਹੈ ਇਹ ਖੇਲਾਂ ਦਾ। ਕੁਝ ਕੰਟਰੀ, ਕਿਉਂਕਿ ਅਸੀਂ ਕੈਨੇਡਾ ਵਿੱਚ ਬੈਠੇ ਹਾਂ ਅਤੇ ਇਹਨਾਂ ਨੂੰ ਇਸ ਤਰ੍ਹਾਂ ਵੀ ਇਹਨਾਂ ਨੂੰ ਸਮਰ ਓਲੰਪਿਕ ਕਹਿ ਦਿੱਤਾ ਜਾਂਦਾ ਹੈ ਜੀ। ਲੇਕਿਨ ਇਹ ਆਲ ਟਾਈਮ ਓਲੰਪਿਕਸ ਨੇ। ਹਾਂਜੀ, ਇਹ ਵਿੰਟਰ ਦੇ ਵਿੱਚ ਵੀ ਹੋ ਸਕਦੀ ਨੇ, ਐਸੀ ਕੋਈ ਗੱਲ ਨਹੀਂ। ਬਿਲਕੁਲ। ਕਿਉਂਕਿ ਵਿੰਟਰ ਓਲੰਪਿਕ ਦਾ ਇੱਥੇ ਜ਼ਿਆਦਾ ਥੋੜ੍ਹਾ ਹੁੰਦਾ ਕਿਉਂਕਿ ਅਸੀਂ ਠੰਡੇ ਮੁਲਕ ਦੇ ਵਿੱਚ ਰਹਿੰਦੇ ਹਾਂ। ਲੇਕਿਨ ਬਹੁਤ ਵੱਡਾ ਇਵੈਂਟ ਹੁੰਦਾ ਦੁਨੀਆ ਦੇ ਵਿੱਚ, 4 ਸਾਲ ਬਾਅਦ ਆਉਂਦਾ ਹੈ। ਨੇਪਰੇ ਬਿਲਕੁਲ ਸੁੱਖ ਸ਼ਾਂਤੀ ਦੇ ਨਾਲ ਚੜ੍ਹਿਆ ਹੈ। ਬਹੁਤ ਚੰਗੀ ਗੱਲ ਹੈ। ਬਿਲਕੁਲ ਜੀ। 200 ਤੋਂ ਵਧੇਰੇ ਮੁਲਕਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ। ਬਿਲਕੁਲ ਜੀ, 200 ਤੋਂ ਵਧੇਰੇ ਮੁਲਕਾਂ ਨੇ ਪਾਰਟੀਸਪੇਟ ਕੀਤਾ। ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਮਰੀਕਾ ਨੇ ਇਸ ਵਾਰ ਫਿਰ ਬਾਜੀ ਮਾਰੀ ਹੈ। ਰੀਓ ਦੇ ਵਿੱਚ ਵੀ ਉਹ ਪਹਿਲੇ ਨੰਬਰ 'ਤੇ ਸਨ ਔਰ ਜਦੋਂ ਤੋਂ ਇਹ ਖੇਡਾਂ ਜਾਪਾਨ ਦੇ ਵਿੱਚ ਸ਼ੁਰੂ ਹੋਈਆਂ ਉਹ ਲਗਾਤਾਰ ਦੂਜੇ ਨੰਬਰ 'ਤੇ ਜਾਂ ਤੀਜੇ ਨੰਬਰ 'ਤੇ ਵੀ ਆਏ ਰਹੇ ਜੀ। ਚਾਈਨਾ, ਜਾਪਾਨ ਨੇ ਵੀ ਪਹਿਲਾਂ ਲੀਡ ਕੀਤਾ ਟੇਬਲ ਨੂੰ, ਫਿਰ ਚਾਈਨਾ ਨੇ ਲੀਡ ਕੀਤਾ। ਲੇਕਿਨ ਆਖਰੀ 2 ਦਿਨਾਂ ਦੇ ਵਿੱਚ ਅਮਰੀਕਾ ਨੇ ਜਿਹੜੀ ਪਲਟੀ ਮਾਰੀ ਹੈ, ਐਥਲੈਟਿਕਸ ਦੇ ਮੈਡਲ ਉਹਨਾਂ ਦੇ ਕੋਲ ਬਹੁਤ ਸਾਰੇ ਆਏ ਨੇ ਅਤੇ ਇੱਕ ਵਾਰ ਫਿਰ ਪਹਿਲਾ ਜਿਹੜਾ ਨੰਬਰ ਹੈ ਮੈਡਲ ਟੈਲੀ ਦੇ ਵਿੱਚ ਉਹਨਾਂ ਦਾ ਹੈ ਜੀ। ਤੁਸੀਂ ਮੈਡਲ ਟੈਲੀ ਦਾ ਜ਼ਿਕਰ ਕੀਤਾ ਜੀ, ਮੇਰੇ ਕੋਲ ਥੋੜ੍ਹਾ ਜਿਹਾ ਡਾਟਾ ਵਾ, ਮੈਂ ਸ਼ੇਅਰ ਕਰ ਲੈਣਾ ਦਰਸ਼ਕਾਂ ਦੇ ਨਾਲ। ਹਾਂਜੀ, ਥੋੜ੍ਹਾ ਜਿਹਾ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਓਲੰਪਿਕ 2016 ਅਤੇ ਓਲੰਪਿਕ 2020 ਨੂੰ। ਹਾਂਜੀ, 2016 ਦੇ ਵਿੱਚ ਪਹਿਲੇ ਸਥਾਨ 'ਤੇ ਅਮਰੀਕਾ ਸੀਗਾ ਜੀ, ਦੂਜੇ ਸਥਾਨ 'ਤੇ ਗ੍ਰੇਟ ਬ੍ਰਿਟਨ ਅਤੇ ਤੀਜੇ ਸਥਾਨ 'ਤੇ ਸੀਗਾ ਚਾਈਨਾ। ਠੀਕ ਹੈ ਜੀ। ਅਤੇ ਜੇਕਰ ਗੱਲ ਕਰੀਏ ਕੈਨੇਡਾ ਦੀ ਤਾਂ 20ਵੇਂ ਸਥਾਨ 'ਤੇ ਸੀ। ਹਾਂਜੀ। ਅਤੇ ਭਾਰਤ 67ਵੀਂ 67th ਪੋਜੀਸ਼ਨ। ਠੀਕ ਹੈ ਜੀ। ਹੁਣ ਗੱਲ ਕਰਦੇ ਹਾਂ ਓਲੰਪਿਕ 2020 ਦੀ। ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਆਖਰੀ 2 ਦਿਨਾਂ ਦੇ ਵਿੱਚ ਅਮਰੀਕਾ ਨੇ 2-3 ਗੋਲਡ ਮੈਡਲ ਲਗਾਤਾਰ ਜਿੱਤੇ। ਬਿਲਕੁਲ। ਅਤੇ ਪਹਿਲੀ ਪੋਜੀਸ਼ਨ 'ਤੇ ਆ ਖੜਾ ਹੋਇਆ। ਬਿਲਕੁਲ। ਦੂਜੇ ਨੰਬਰ 'ਤੇ ਰਿਹਾ ਜੀ ਚਾਈਨਾ। ਹਾਂਜੀ, 38 ਗੋਲਡ, 32 ਸਿਲਵਰ, 18 ਬ੍ਰੌਂਜ਼। ਅਤੇ ਤੀਜੇ ਨੰਬਰ 'ਤੇ ਰਿਹਾ ਜਾਪਾਨ। ਅਤੇ ਭਾਰਤ ਜਿਹੜਾ ਵਾ ਉਹਦਾ ਪੋਜੀਸ਼ਨ ਰਹੀ ਹੈ 48 ਅਤੇ ਕੈਨੇਡਾ ਦੀ ਰਹੀ 11ਵੀਂ। ਹਾਂਜੀ। ਹੁਣ ਮੇਰਾ ਸਵਾਲ ਇਹ ਆ ਕਿ ਜਦੋਂ ਇਹ ਮਹਾਕੁੰਭ ਹੁੰਦਾ ਅਤੇ ਨੋ ਡਾਊਟ ਜਿਹੜੀਆਂ ਮਹਾਸ਼ਕਤੀਆਂ ਨੇ, ਕਿਉਂਕਿ ਪਹਿਲਾਂ ਮਹਾਸ਼ਕਤੀ ਹੁੰਦੀ ਸੀ ਅਮਰੀਕਾ ਅਤੇ USSR, ਬਾਅਦ 'ਚੋਂ ਰਸ਼ੀਆ ਕਹਿ ਦਿੰਦੇ ਸੀਗੇ। ਅਤੇ ਇਸ ਵਾਰੀ ਉਹ ਰਸ਼ੀਆ ਜਿਹੜਾ ਉਹ ਰਸ਼ੀਅਨ ਓਲੰਪਿਕ ਕਮੇਟੀ ਦੇ ਨਾਮ 'ਤੇ ਸ਼ਾਮਲ ਹੋਇਆ। ਕੰਟਰੀ ਉਹ ਨਹੀਂ ਰਿਪਰੈਜ਼ੈਂਟ ਕਰ ਸਕੇ ਜੀ। ਹਾਂਜੀ। ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀਆਂ ਇਹ ਮਹਾਸ਼ਕਤੀਆਂ ਨੇ ਇਹ ਆਪਣਾ ਜ਼ੋਰ ਸ਼ੋਰ ਵੀ ਦਿਖਾਉਣਾ ਚਾਹੁੰਦੀਆਂ ਨੇ, ਸਾਬਤ ਵੀ ਕਰਨਾ ਚਾਹੁੰਦੀਆਂ ਵੀ ਅਸੀਂ ਹੀ ਸੁਪਰ ਪਾਵਰ ਆ। ਦੇਖੋ, ਬਿਨਾਂ ਸ਼ੱਕ ਇਹ ਗੱਲ ਹੈ ਕਿਉਂਕਿ ਜਿੰਨੀ ਵੀ ਤੁਸੀਂ ਹਿਸਟਰੀ ਫੋਲੋਗੇ ਤੁਹਾਨੂੰ ਇਹੀ ਨਜ਼ਰ ਆਏਗਾ ਕਿ ਜਿਹੜੇ ਕੰਟਰੀ ਇਕਨੋਮਿਕਲੀ ਚੰਗੇ ਨੇ ਜਾਂ ਜਿਹੜੇ ਸੁਪਰ ਪਾਵਰ ਨੇ ਜਾਂ ਸ਼ਕਤੀਸ਼ਾਲੀ ਨੇ, ਮੈਡਲ ਵੀ ਉਹਨਾਂ ਦੇ ਵੱਧ ਆਉਂਦੇ। ਬਿਲਕੁਲ। ਇਹਦਾ ਇੱਕ ਸਿੱਧਾ ਕਾਰਨ ਚਲੋ ਇਹ ਹੋ ਸਕਦਾ ਹੈ ਜਾਂ ਹੈ ਹੀ ਆ ਕਿ ਇਨਫਰਾਸਟ੍ਰਕਚਰ ਜਾਂ ਪੈਸਾ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਹੈ ਜੀ। ਉਹ ਆਪਣੇ ਲੋਕਾਂ ਦੇ ਵਿੱਚੋਂ ਸਹੀ ਟੈਲੈਂਟ ਦੀ ਵੇਲੇ ਸਿਰ ਪਛਾਣ ਕਰਕੇ ਅਤੇ ਉਹਨਾਂ ਨੂੰ ਉਸ ਹਿਸਾਬ ਨਾਲ ਟ੍ਰੇਨਿੰਗ ਦੇ ਕੇ ਅਤੇ ਮੈਡਲ ਜਿੱਤੇ ਨੇ। ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਣਾ ਦਬਦਬਾ ਵੀ ਸਾਬਤ ਕਰਨਾ ਹੁੰਦਾ ਵੀ ਗੱਲਬਾਤ ਹੋ ਜਾਂਦੀ ਵੀ ਭਾਈ ਇੱਜ਼ਤ ਦਾ ਸਵਾਲ ਆ। ਦੇਖੋ, ਮੈਂ ਇੱਕ ਵਾਰ ਇੱਕ ਆਰਟੀਕਲ ਪੜ੍ਹ ਰਿਹਾ ਸਾਂ। ਹੁਣ ਅਗਰ ਤੁਸੀਂ ਇਸ ਦੀ ਥੋੜ੍ਹਾ ਤਹਿ ਤੱਕ ਜਾਣ ਦੀ ਅਸੀਂ ਗੱਲ ਕਰਦੇ ਹਾਂ ਜੀ।
ਰਸ਼ੀਆ ਐਜ਼ ਐਨ ਕੰਟਰੀ ਓਲੰਪਿਕ ਦੇ ਵਿੱਚ ਬੈਨ ਸੀ। ਉਹਦਾ ਬੈਨ ਹੋਣ ਦਾ ਕਾਰਨ ਇਹ ਸੀ ਕਿ ਉਹਨਾਂ ਦੀ ਸਰਕਾਰ ਨੇ ਪਲੇਅਰਾਂ ਦੇ ਨਾਲ ਰਲ ਕੇ ਇਸ ਤੋਂ ਪਿਛਲੀਆਂ ਓਲੰਪਿਕਸ ਦੇ ਵਿੱਚ ਜਿਹੜੇ ਡਰੱਗਸ ਕੁਛ ਇਸ ਤਰ੍ਹਾਂ ਦੇ ਇਸਤੇਮਾਲ ਕੀਤੇ ਸਨ ਜਿਨ੍ਹਾਂ ਦੇ ਨਾਲ ਪਰਫਾਰਮੈਂਸ ਵਧੀ, ਪਾਬੰਦੀਸ਼ੁਦਾ ਜਿਹੜੇ ਪਾਬੰਦੀਸ਼ੁਦਾ ਡਰੱਗ ਨੇ। ਲੇਕਿਨ ਮੈਂ ਜਿਹੜੀ ਗੱਲ ਕਰ ਰਿਹਾ ਕਿ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸੀ ਕਿ ਹੁਣ ਇਹ ਜਿਹੜੀ ਪਾਬੰਦੀਸ਼ੁਦਾ ਡਰੱਗ ਕਿਹੜਾ ਹੈ, ਕਿੱਥੇ ਟੈਸਟ ਹੋਣਾ ਹੈ, ਕਿੱਥੇ ਲੈਬੋਰਟਰੀ ਹੈ, ਇਹਦਾ ਕੰਟਰੋਲ ਕਿਹਦੇ ਕੋਲ ਹੈ ਜੀ। ਹਾਂਜੀ, ਹੁਣ ਹੋ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਇਹਦਾ ਕੰਟਰੋਲ ਹੋਵੇ ਉਹ ਲੋਕ ਕੋਈ ਇਸ ਤਰ੍ਹਾਂ ਦਾ ਸਬਸਟੈਂਸ ਇਸਤੇਮਾਲ ਕਰਦੇ ਹੁਣ ਜਿਹੜਾ ਉਹਨਾਂ ਲੈਬੋਰਟਰੀਆਂ ਦੇ ਵਿੱਚ, ਉਹਨਾਂ ਪ੍ਰਯੋਗਸ਼ਾਲਾਵਾਂ ਦੇ ਵਿੱਚ ਟੈਸਟ ਨਹੀਂ ਕੀਤਾ ਜਾਂਦਾ। ਬਿਲਕੁਲ। ਸੋ ਇੱਕ ਕਿਉਂਕਿ ਸਿੱਧਾ ਜਿਹੜਾ ਮੈਡਲ ਦਾ ਸੰਬੰਧ ਹੈ ਉਹ ਪੈਸਿਆਂ ਦੇ ਨਾਲ ਜਾਂ ਟ੍ਰੇਨਿੰਗ ਦੇ ਨਾਲ ਨਹੀਂ ਕੀਤਾ ਜਾ ਸਕਦਾ। ਅਸੀਂ ਜਾਣਦੇ ਹਾਂ ਕਿ ਕੁਝ ਕੰਟਰੀ ਜਿਹੜੇ ਨੇ ਉਹਨਾਂ ਦਾ ਸਕਿੱਲ ਇਸ ਤਰ੍ਹਾਂ ਦਾ ਜਾਂ ਉੱਥੇ ਦੇ ਲੋਕਾਂ ਦਾ ਜੀਵਨ ਸ਼ੈਲੀ ਜਾਂ ਉਹਨਾਂ ਦੀ ਸਰੀਰਕ ਯੋਗਤਾ ਇਸ ਤਰ੍ਹਾਂ ਦੀ ਹੈ। ਅਸੀਂ ਇਥੋਪੀਆ ਦੀ ਗੱਲ ਕਰ ਲਈਏ, ਇਥੋਪੀਆ ਤੋਂ ਲੌਂਗ ਜਿਹੜੀਆਂ ਲੰਬੀਆਂ ਰੇਸਾਂ ਨੇ ਉੱਥੇ ਦੇ ਐਥਲੀਟ ਆਉਂਦੇ ਨੇ। ਜਮੈਕਾ ਦੇ ਵਿੱਚੋਂ ਤੇਜ਼ ਦੌੜਾਕ ਕਿੰਨੇ ਨਿਕਲਦੇ ਨੇ, ਈਵਨ ਅਸੀਂ ਜਿਹੜੇ ਹੋਰ ਵੀ ਕਈ ਕਿਊਬਾ ਦੇ ਵਿੱਚੋਂ ਬਾਕਸਰ ਨਿਕਲਦੇ ਨੇ। ਸੋ ਟੈਲੈਂਟ ਵੱਖਰਾ ਹੋਣਾ ਚਾਹੀਦਾ ਹੈ। ਇਹਦੇ ਵਿੱਚ ਕੁਝ ਕੰਕਰੀਟ ਕਹਿਣਾ, ਕੁਝ ਇਹ ਕਹਿਣਾ ਕਿ ਕਿਉਂ ਇਸ ਤਰ੍ਹਾਂ ਹੁੰਦਾ, ਇਹਦਾ ਕੋਈ ਜਿਹੜਾ ਜਵਾਬ ਹੈ ਬਹੁਤ ਮੇਰੇ ਖਿਆਲ ਸਿੱਧਾ ਨਹੀਂ ਹੈ। ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਕੈਨੇਡਾ ਵਾਸਤੇ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਟੈਲੀ ਦੇ ਵਿੱਚ 20ਵੇਂ ਤੋਂ 11ਵੇਂ ਨੰਬਰ ਤੇ ਆਇਆ। ਹਾਂਜੀ। ਔਰ ਹੁਣ ਤੱਕ ਦੇ ਸਭ ਤੋਂ ਵੱਧ ਮੈਡਲ, ਬਿਲਕੁਲ ਜੀ, ਹੁਣ ਤੱਕ ਇਹਨਾਂ ਦਾ ਰੈਕੋਰਡ 22 ਸੀ। ਹਾਂਜੀ। ਤੇ 24 ਮੈਡਲ ਜਿਹੜੇ ਨੇ ਵਿੱਚੇ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਕੈਨੇਡਾ ਦੀ। ਤੇ ਇਸੇ ਤਰ੍ਹਾਂ ਇੰਡੀਆ ਦੀ ਪਰਫਾਰਮੈਂਸ ਵੀ ਬਹੁਤ ਵਧੀਆ ਰਹੀ ਹੈ। ਹਾਂਜੀ। ਇੱਕ 골ਡ ਮੈਡਲ ਜਿੱਤਿਆ, 2 ਸਿਲਵਰ ਤੇ 4 ਬ੍ਰੌਂਜ਼, ਕੁੱਲ ਮਿਲਾ ਕੇ 7 ਮੈਡਲ ਰਹੇ ਨੇ। ਹਾਂਜੀ। ਔਰ ਇੰਡੀਅਨ ਹਾਕੀ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਵੀ ਕਾਫੀ ਲੰਬੇ ਸਮੇਂ ਬਾਅਦ ਜਿਹੜਾ ਬ੍ਰੌਂਜ਼ ਮੈਡਲ ਜਿਹੜਾ ਵਾ ਉਹ ਸਾਡੇ ਹਿੱਸੇ ਆਇਆ। ਦੇਖੋ ਜੀ, ਵੈਸੇ ਤਾਂ ਹਰ ਇੱਕ ਮੈਡਲ, ਕਿਉਂਕਿ ਜਦੋਂ ਅਸੀਂ ਸਾਰੀ ਦੁਨੀਆ ਦੀ ਗੱਲ ਕਰਦੇ ਅਸੀਂ 7 ਬਿਲੀਅਨ ਪਲੱਸ ਲੋਕਾਂ ਦੀ ਗੱਲ ਕਰਦੇ, ਉਹਦੇ ਵਿੱਚੋਂ ਕਿਸੇ ਵਿਅਕਤੀ ਨੇ ਹੱਥ ਖੜਾ ਕਰਕੇ ਅਗਰ ਇਹ ਕਹਿਣਾ ਹੋਵੇ ਵੀ ਆਹ ਕੰਮ ਮੈਂ ਅੱਵਲ ਕਰ ਲੈਣਾ, ਇਹ ਬਹੁਤ ਵੱਡੀ ਗੱਲ ਹੈ, ਇਹ ਛੋਟੀ ਗੱਲ ਨਹੀਂ। ਜਦੋਂ ਅਸੀਂ ਕਹਿੰਦੇ ਕੋਈ 5ਵੇਂ ਜਾਂ 6ਵੇਂ ਸਥਾਨ ਤੇ ਵੀ ਰਿਹਾ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ। ਲੇਕਿਨ ਹੁਣ ਅਸੀਂ ਗੱਲ ਕਰਦੇ ਭਾਰਤ ਦੀ। ਭਾਰਤ ਦੀ ਗੱਲ ਇਹ ਹੈ ਕਿ ਤੁਸੀਂ ਹਾਕੀ ਦੀ ਗੱਲ ਕੀਤੀ ਹੈ, ਬਿਨਾਂ ਸ਼ੱਕ, ਕਿਉਂਕਿ ਇੱਕ ਸਮਾਂ ਸੀ ਜਦੋਂ ਹਾਕੀ ਦੇ ਵਿੱਚ ਸਰਦਾਰੀ ਸੀ। ਜਦੋਂ ਓਲੰਪਿਕ ਦੇ ਵਿੱਚ ਮੈਡਲ ਗਿਣੇ ਜਾਂਦੇ ਸਨ, ਭਾਰਤ ਦੇ ਤਾਂ ਸਿਰਫ ਹਾਕੀ ਦੇ ਮੈਡਲ ਹੀ ਨਜ਼ਰ ਆਉਂਦੇ ਸਨ। ਉਸ ਤੋਂ ਬਾਅਦ ਉਹ ਸਰਦਾਰੀ ਖੁੱਸ ਗਈ। 1976 ਦੇ ਵਿੱਚ ਅਗਰ ਮੈਂ ਤੁਹਾਨੂੰ ਦੱਸ ਦਿਆਂ, 1976 ਦੇ ਵਿੱਚ ਮੌਂਟਰੀਅਲ ਦੇ ਵਿੱਚ, ਆਪਣੇ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਦੇ ਵਿੱਚ ਇਹ ਜਿਹੜੀਆਂ ਸਮਰ ਓਲੰਪਿਕ ਇਹ ਹੋਈਆਂ ਸਨ। ਉਸ ਵੇਲੇ ਇੰਡੀਆ, ਜੇ ਮੈਂ ਗਲਤ ਨਹੀਂ ਤਾਂ ਉਸ ਵੇਲੇ ਪੋਡੀਅਮ ਤੇ ਨਹੀਂ ਗਿਆ ਸੀ ਬੜੇ ਲੰਬੇ ਅਰਸੇ ਤੋਂ ਬਾਅਦ। ਉਹ ਮਤਲਬ ਕੋਈ ਵੀ ਮੈਡਲ ਜਿੱਤ ਨਹੀਂ ਸਕੇ ਸਨ। ਉਸ ਤੋਂ ਬਾਅਦ ਲਗਾਤਾਰ ਗਿਰਾਵਟ ਆਈ ਹੈ। ਇੱਕ ਵਾਰ ਮੈਡਲ ਜਿੱਤਿਆ ਸੀ, ਮਾਸਕੋ ਓਲੰਪਿਕ ਹੋਈਆਂ ਸਨ, ਲੇਕਿਨ ਉਹਦੇ ਵਿੱਚ ਇਹ ਸੀ ਕਿ ਮੈਜੋਰਟੀ ਕੰਟਰੀ ਜਿਹੜੇ ਹਾਕੀ ਖੇਡਦੇ ਨੇ ਉਹਨਾਂ ਨੇ ਬਾਈਕਾਟ ਕੀਤਾ ਸੀ। ਉਸ ਤੋਂ ਬਾਅਦ ਇਹ ਇੱਕ ਭਾਰਤ ਦੀ ਹਾਕੀ ਲਈ, ਆਪਣੇ ਲੜਕੀਆਂ ਦੀ ਹਾਕੀ ਲਈ ਤੇ ਲੜਕਿਆਂ ਦੀ ਹਾਕੀ ਲਈ, ਦੋਨਾਂ ਲਈ ਬੜੀ ਮਾਣ ਵਾਲੀ ਗੱਲ ਹੈ, ਭਾਵੇਂ ਲੜਕੀਆਂ ਕੋਈ ਮੈਡਲ ਨਹੀਂ ਜਿੱਤ ਸਕੀਆਂ ਜੀ। ਤੇ ਦੂਸਰੀ ਗੱਲ ਇਹ ਹੈ ਕਿ ਜੈਵਲਿਨ ਥਰੋ ਦੇ ਵਿੱਚ, ਐਥਲੈਟਿਕਸ ਦੇ ਵਿੱਚ ਪਹਿਲਾ 골ਡ ਮੈਡਲ ਭਾਰਤ ਨੇ ਜਿੱਤਿਆ। ਔਰ ਉਹ ਸੱਜਣ ਨੇ, ਉਸ ਨੌਜਵਾਨ ਲੜਕੇ ਨੇ, ਨੀਰਜ ਚੋਪੜੇ ਨੇ ਉਹਨੂੰ ਡੈਡੀਕੇਟ ਕੀਤਾ ਮਿਲਖਾ ਸਿੰਘ ਲਈ। ਔਰ ਇਹਦੇ ਪਿੱਛੇ ਵੀ ਇੱਕ ਹਿਸਟਰੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਸਮਾਂ ਪਹਿਲਾਂ ਮਿਲਖਾ ਸਿੰਘ ਜੀ ਇਸ ਦੁਨੀਆ ਕਰ ਗਏ ਨੇ, ਲੇਕਿਨ ਉਹਨਾਂ ਦੀ ਉਮਰ ਭਾਰੇ ਤਮੰਨਾ ਰਹੀ ਕਿ ਕੋਈ ਐਥਲੈਟਿਕਸ ਦੇ ਵਿੱਚ ਮੈਡਲ ਲੈ ਕੇ ਆਵੇ ਓਲੰਪਿਕਸ ਦੇ ਵਿੱਚੋਂ। ਸੋ ਉਹਨਾਂ ਦਾ ਸੁਪਨਾ ਇੱਕ ਕਿਸਮ ਦਾ, ਉਹਨੇ ਕਿਹਾ ਕਿ ਮੈਂ ਉਹਨਾਂ ਨੂੰ ਡੈਡੀਕੇਟ ਕਰਦਾ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਆ। ਤੇ ਨੀਰਜ ਚੋਪੜਾ ਦੀ ਗੱਲ ਕਰੀਏ ਨਾ, ਤੇ ਇਹ ਜੀ 23 ਸਾਲਾ ਜਵਾਨ ਹੈ। ਹਾਂਜੀ। ਔਰ ਆਰਮੀ ਦੇ ਨਾਲ ਸੰਬੰਧ ਹੈ, ਇੰਡੀਅਨ ਆਰਮੀ ਦੇ ਨਾਲ। ਹਾਂਜੀ। ਏਸ਼ੀਅਨ ਜਿਹੜੀਆਂ ਗੇਮਸ ਹੋਈਆਂ ਨੇ ਉਹਦੇ ਵਿੱਚ ਵੀ 골ਡ ਮੈਡਲ ਰਿਹਾ। ਬਿਲਕੁਲ ਜੀ। ਬਾਅਦ ਵਿੱਚ ਕਾਮਨਵੈਲਥ ਗੇਮਸ ਹੋਈਆਂ ਉਹਦੇ ਵਿੱਚ ਵੀ 골ਡ ਮੈਡਲ ਰਿਹਾ। ਸੋ ਮੁੰਡੇ ਨੇ ਕਾਫੀ ਮਿਹਨਤ ਵੀ ਕੀਤੀ ਆ ਤੇ ਟ੍ਰੇਨਿੰਗ ਦੇ ਉੱਪਰ ਵੀ ਕਾਫੀ ਇਨਵੈਸਟਮੈਂਟ ਹੋਈ ਹੈ ਇਸ ਦੇ ਉੱਪਰ। ਤੇ ਇਹਨਾਂ ਵੱਲੋਂ ਇੱਕ ਬਿਆਨ ਆਇਆ ਸੀਗਾ, ਉਹਦੇ ਬਾਰੇ ਦਰਸ਼ਕਾਂ ਨਾਲ ਸਾਂਝ ਜ਼ਰੂਰ ਪਾਇਓ ਵੀ ਕੀ ਬਿਆਨ ਸੀ ਉਹ। ਦੇਖੋ, ਇਸ ਤਰ੍ਹਾਂ ਹੈ ਜੀ ਕਿ ਜਦੋਂ ਤੁਸੀਂ, ਕਿਉਂਕਿ ਹੁਣ 골ਡ ਮੈਡਲ ਜਿੱਤਣਾ ਓਲੰਪਿਕਸ ਦੇ ਵਿੱਚ, ਮੈਂ ਬਿਨਾਂ ਸ਼ੱਕ ਦੁਨੀਆ ਦੇ ਵਿੱਚ ਉਹ ਇੱਕ ਸਟਾਰ ਹੈ, ਲੇਕਿਨ ਇੰਡੀਆ ਦੇ ਵਿੱਚ ਉਹ ਸੁਪਰ ਸਟਾਰ ਇਸ ਕਰਕੇ ਹੈ ਕਿਉਂਕਿ ਇੰਡੀਆ ਦੇ ਐਥਲੈਟਿਕਸ ਦੇ ਲਈ ਉਹ ਪਹਿਲਾ 골ਡ ਮੈਡਲ ਵਾਲਾ ਵਿਅਕਤੀ ਹੈ। ਬਿਲਕੁਲ। ਔਰ ਜਦੋਂ ਉਹ ਕੋਈ ਗੱਲ ਕਰਦਾ ਤਾਂ ਉਹਦਾ ਫਿਰ ਨੋਟਿਸ ਲੈਣਾ ਬਣਦਾ। ਇੱਕ ਗੱਲ ਹੈ ਕਿ ਇੰਡੀਆ ਦੇ ਵਿੱਚ ਸਰਕਾਰੀ ਘਟਨਾਕ੍ਰਮ ਪਿਛਲੇ ਸਮੇਂ ਤੋਂ ਜੋ ਚੱਲ ਰਿਹਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਇੰਡੀਆ ਦੇ ਵਿੱਚ ਪੋਲਰਾਈਜੇਸ਼ਨ ਰਿਲੀਜੀਅਸ ਲਾਈਨ ਤੇ ਬਹੁਤ ਜ਼ਿਆਦਾ ਹੈ। ਇੱਕ ਦੂਜੇ ਧਰਮ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਨਫ਼ਰਤ ਪੈਦਾ ਕਰਨ ਦਾ ਯਤਨ ਸਰਕਾਰ ਨੇ ਕੀਤਾ ਜਾਂ ਨਹੀਂ ਕੀਤਾ, ਲੇਕਿਨ ਇਹਦੀ ਗੱਲਬਾਤ ਜ਼ਰੂਰ ਹੈ। ਉਸ ਦੇ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਦਾ ਬਿਆਨ ਹੈ ਬੜਾ ਮਹੱਤਵਪੂਰਨ ਹੈ। ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ 2 ਕੋਚ ਨੇ,
ਇਸ ਹੁਣ ਇੱਕ ਫੋਰਨਰ ਕੋਚ ਉਹਨਾਂ ਨੂੰ 2 ਸਾਲ ਤੋਂ ਟ੍ਰੇਨ ਕਰਦੇ ਆ ਰਹੇ ਨੇ। ਉਸ ਤੋਂ ਪਹਿਲਾਂ ਇੱਕ ਜਿਹੜੇ ਉਹਨਾਂ ਦੇ ਕੋਚ ਇੰਡੀਅਨ ਸਨ, ਉਹ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਨੇ, ਉਹਨਾਂ ਨੇ ਬਹੁਤ ਨੇੜਲੇ ਸੰਬੰਧ ਨੇ। ਇਹ ਕਿਹਾ ਜਾਂਦਾ ਹੈ ਕਿ ਨੀਰਜ ਚੋਪੜਾ ਜਿਹੜੇ ਨੇ ਉਹ ਆਪਣੀ ਕੋਈ ਵੀ ਅਚੀਵਮੈਂਟ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਸਾਂਝੀ ਕਰਦੇ ਨੇ ਜੀ। ਦੂਸਰਾ ਇਹ ਹੈ ਕਿ ਜਿਸ ਜੈਵਲਿਨ ਥਰੋ ਦੇ ਵਿੱਚ ਉਹਨਾਂ ਨੇ 골ਡ ਮੈਡਲ ਹਾਸਿਲ ਕੀਤਾ, ਉਸ ਦੇ ਵਿੱਚ ਹੀ ਪਾਕਿਸਤਾਨ ਦੇ ਇੱਕ ਐਥਲੀਟ ਨੇ 5ਵਾਂ ਸਥਾਨ ਹਾਸਿਲ ਕੀਤਾ ਜੀ। ਇਹਨਾਂ ਦੋਨਾਂ ਦੀ ਫਰੈਂਡਸ਼ਿਪ ਬਹੁਤ ਹੈ ਔਰ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਅਗਰ ਪਾਕਿਸਤਾਨੀ ਐਥਲੀਟ ਵੀ ਮੇਰੇ ਨਾਲ ਪੋਡੀਅਮ 'ਤੇ ਖੜੇ ਹੁੰਦੇ ਤਾਂ ਮੈਨੂੰ ਬਹੁਤ ਖੁਸ਼ੀ ਹੋਣੀ ਸੀ। ਔਰ ਮੈਂ ਸਮਝਦਾ ਕਿ ਇਹ ਇੱਕ ਉਹ ਸਿਰੇ ਦੇ ਸਪੋਰਟਸਮੈਨ ਨੇ, ਵਿੱਚ ਕੋਈ ਸ਼ੱਕ ਨਹੀਂ, ਉਹ ਸਾਬਤ ਕਰ ਚੁੱਕੇ ਨੇ। ਲੇਕਿਨ ਮੈਂ ਆਪਣੇ ਤੌਰ 'ਤੇ ਇਹ ਕਹਿ ਸਕਦਾ ਹੈ ਕਿ ਉਹ ਇੱਕ ਬਹੁਤ ਹੀ ਆਲਾ ਕਿਸਮ ਦੇ ਹਿਊਮਨ ਬੀਇੰਗ ਵੀ ਨੇ। ਬਿਲਕੁਲ। ਔਰ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਉਹਨਾਂ ਨੇ ਕੀਤੀ ਹੈ ਔਰ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦੀ ਬੜੀ ਜ਼ਰੂਰਤ ਹੈ। ਗੱਲਬਾਤ ਚੱਲ ਰਹੀ ਹੈ ਜੀ ਖੇਡਾਂ ਦੀ, ਤੇ ਭਾਰਤ ਦੇ ਵਿੱਚ ਨਾ ਸਪੋਰਟਸ ਐਂਡ ਗੇਮਸ ਦੇ ਵਿੱਚ ਹਾਈਐਸਟ ਅਵਾਰਡ ਸੀਗਾ, ਉਹਦਾ ਨਾਮ ਸੀਗਾ ਜੀ ਰਾਜੀਵ ਗਾਂਧੀ ਖੇਲ ਰਤਨ ਅਵਾਰਡ। ਹਾਂਜੀ। ਤੇ ਜਿਵੇਂ ਆਪਾਂ ਹਾਕੀ ਦੇ ਜਾਦੂਗਰ ਦੀ ਗੱਲ ਕਰ ਰਹੇ ਸੀਗੇ ਵੀ ਧਿਆਨ ਚੰਦ ਜੀ, ਮੇਜਰ ਧਿਆਨ ਚੰਦ, ਹਾਂ, ਉਦੋਂ ਲਗਾਤਾਰ ਇਹਦੇ ਮੈਡਲ ਆਉਂਦੇ ਹੁੰਦੇ ਸੀਗੇ ਤੇ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਇਹਨਾਂ ਦੀ। ਬਿਲਕੁਲ। ਤੇ ਉਸ ਅਵਾਰਡ ਦਾ ਨਾਮ ਬਦਲ ਕੇ ਰੱਖਤਾ ਜੀ ਹੁਣ ਇਹਨੇ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ। ਹਾਂਜੀ। ਸੋ ਇਸ ਨੂੰ ਕਿਵੇਂ ਦੇਖਦੇ ਤੁਸੀਂ? ਦੇਖੋ ਜੀ, ਬਿਨਾਂ ਸ਼ੱਕ ਇਸ ਤੇ ਤਾਂ ਕੋਈ ਦੋ ਰਾਮਾ ਨਹੀਂ ਕਿ ਅਗਰ ਕਿਸੇ ਸਪੋਰਟਸ ਪਰਸਨੈਲਿਟੀ ਦੇ ਨਾਂ 'ਤੇ ਅਵਾਰਡ ਦਾ ਨਾਂ ਰੱਖਿਆ ਜਾਂਦਾ ਹੈ ਜੀ, ਉਹ ਬਹੁਤ ਚੰਗੀ ਗੱਲ ਹੈ। ਜਿਨ੍ਹਾਂ ਲੋਕਾਂ ਨੇ ਰਾਜੀਵ ਗਾਂਧੀ ਨਾਮ ਰੱਖਿਆ, ਮੈਨੂੰ ਨਹੀਂ ਪਤਾ ਉਹਨਾਂ ਦਾ ਮਨਸ਼ਾ ਕੀ ਸੀ, ਲੇਕਿਨ ਜਿਨ੍ਹਾਂ ਲੋਕਾਂ ਨੇ ਹੁਣ ਰਾਜੀਵ ਗਾਂਧੀ ਨੂੰ ਬਦਲ ਕੇ ਤੇ ਫਿਰ ਮੇਜਰ ਧਿਆਨ ਚੰਦ ਨਾਮ ਰੱਖਿਆ ਹੈ, ਉਹਨਾਂ ਲੋਕਾਂ ਲਈ ਇੱਕ ਸਵਾਲ ਬੜਾ ਅਹਿਮ ਹੈ ਕਿ ਕੁਛ ਹੀ ਮਹੀਨੇ ਪਹਿਲਾਂ ਉਹਨਾਂ ਨੇ ਇੱਕ ਸਟੇਡੀਅਮ ਜਿਹੜਾ ਸਰਦਾਰ ਪਟੇਲ ਦੇ ਨਾਮ 'ਤੇ ਸੀ, ਉਹਨਾਂ ਦਾ ਨਾਮ ਹਟਾ ਕੇ ਤੇ ਆਪਣਾ ਨਾਮ ਰੱਖ ਲਿਆ। ਉਹ ਸਟੇਡੀਅਮ ਦਾ ਨਾਮ ਕਿਸੇ ਕ੍ਰਿਕਟ ਦੀ ਪਰਸਨੈਲਿਟੀ 'ਤੇ ਕਿਉਂ ਨਹੀਂ ਰੱਖਿਆ ਗਿਆ, ਜਾਂ ਕਿਸੇ ਹੋਰ ਸਪੋਰਟਸ ਦੇ ਨਾਲ ਸੰਬੰਧਿਤ ਜਿਹੜੀ ਪਰਸਨੈਲਿਟੀ ਕੋ ਭਾਰਤ ਦੀ ਸੀ ਉਸ 'ਤੇ ਕਿਉਂ ਨਹੀਂ ਰੱਖਿਆ ਗਿਆ? ਸੋ ਮੈਨੂੰ ਲੱਗਦਾ ਹੈ ਕਿ ਇਹ ਇੰਡੀਆ ਦੇ ਵਿੱਚ ਸ਼ਾਇਦ ਹਿਪੋਕ੍ਰੇਸੀ ਦੀ ਗੱਲ ਹੈ ਕਿ ਤੁਸੀਂ ਜਿਹੜੀ ਗੱਲ ਦੂਸਰੇ ਨੂੰ ਕਹਿ ਰਹੇ ਹੋ, ਉਹ ਗੱਲ ਤੁਸੀਂ ਖੁਦ ਕਰ ਰਹੇ ਹੋ। ਸੋ ਨਾਮ ਕੀ ਰੱਖਣਾ ਹੈ? ਹੁਣੇ ਪਿੱਛੇ ਜੇ ਦਿੱਲੀ ਦਾ ਕ੍ਰਿਕਟ ਸਟੇਡੀਅਮ ਸੀ ਫਿਰੋਜ਼ ਸ਼ਾਹ ਕੋਟਲਾ, ਉਸ ਦਾ ਨਾਮ ਜਿਹੜਾ ਉਹ ਬਦਲ ਕੇ ਆਪਣੇ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਸਨ ਭਾਰਤ ਦੇ, ਜਿਹੜੇ ਆਪਣੀ ਮੋਦੀ ਸਰਕਾਰ ਦੇ ਵਿੱਚ ਪਿਛਲੀ ਟਰਮ ਦੇ ਵਿੱਚ ਰਹੇ ਨੇ, ਉਹਨਾਂ ਦੇ ਨਾਮ 'ਤੇ ਰੱਖਿਆ ਗਿਆ। ਸੋ ਕੁੱਲ ਮਿਲਾ ਕੇ ਰਾਜਨੀਤੀ ਜ਼ਿਆਦਾ ਹੈ ਜੀ ਇਹਦੇ ਵਿੱਚ, ਲੇਕਿਨ ਇੰਟੈਂਟ ਬਹੁਤ ਘੱਟ ਹੈ। ਮੈਨੂੰ ਲੱਗਦਾ ਕਿ ਅਗਰ ਜੇ ਨਾਮਾਂ ਦੀ ਜਗ੍ਹਾ 'ਤੇ ਜਿਹੜੀ ਹਿੰਮਤ ਆ ਜਾਂ ਇਨਫਰਾਸਟ੍ਰਕਚਰ ਆ ਉਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿਤੇ ਨਤੀਜੇ ਜਿਹੜੇ ਨੇ ਜ਼ਿਆਦਾ ਬਿਹਤਰ ਹੋ ਸਕਦੇ ਨੇ। ਦੇਖੋ ਜੀ, ਇਨਫਰਾਸਟ੍ਰਕਚਰ ਦੀ ਗੱਲ ਮੈਂ ਇੰਨੀ ਦੱਸ ਦਿਆਂ ਕਿ ਇੱਕ ਮੈਂ ਪਿਕਚਰ ਦੇਖ ਰਿਹਾ ਸੀ, ਜਿਹੜੀ ਭਾਰਤੀ ਹਾਕੀ ਟੀਮ ਜਿਹਦੇ ਵਿੱਚ ਕਿਉਂਕਿ ਪੰਜਾਬ ਦੇ ਜਿਹੜੇ ਪਲੇਅਰ ਨੇ ਉਹਨਾਂ ਦੇ ਵਿੱਚ ਉਹ ਗੋਲਡਨ ਟੈਂਪਲ ਮੱਥਾ ਟੇਕਣ ਗਏ, ਲੇਕਿਨ ਲੜਕੀਆਂ ਦੇ ਵਿੱਚ ਜਿਹੜੀ ਆਪਣੀ ਕੁੜੀ ਜਿਹੜੀ ਕਿ ਬੜੀ ਸੁਪਰ ਪੈਨਲਟੀ ਕਾਰਨਰ ਦੀ ਮਾਹਰ ਹੈ, ਗੁਰਜੀਤ ਕੌਰ, ਉਹ ਵੀ ਉਹਨਾਂ ਦੇ ਨਾਲ ਹੈ। ਸੋ ਕੁੱਲ ਮਿਲਾ ਕੇ ਉਹ 12 ਪਲੇਅਰ ਨੇ। 11 ਪਲੇਅਰ ਜਿਹੜੇ ਨੇ ਉਹ ਜਿਹੜੀ ਹਾਕੀ ਟੀਮ ਸੀ ਮੈਨ ਦੀ, ਉਹਦੇ ਵਿੱਚ ਪੰਜਾਬ ਦੇ ਨੇ, ਤੇ ਉਹਨਾਂ 11 ਵਿੱਚੋਂ ਅਗਰ ਮੈਂ ਗਲਤ ਨਹੀਂ, ਮੇਰੇ ਪਾਸ ਅੰਕੜੇ ਨੇ, ਮੈਂ ਮਾਫੀ ਚਾਹੁੰਦਾ, ਲੇਕਿਨ ਮੈਜੋਰਟੀ ਸਿਰਫ ਜਲੰਧਰ ਤੇ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੀ। ਸੋ ਅਗਰ ਇਨਫਰਾਸਟ੍ਰਕਚਰ ਹੋਵੇ ਤੇ ਇੱਕ ਛੋਟੇ ਏਰੀਏ ਦੇ ਵਿੱਚੋਂ ਵੀ ਟੀਮ ਬਣ ਸਕਦੀ ਹੈ। ਭਾਰਤ ਤੇ ਬਹੁਤ ਵੱਡਾ ਮੁਲਕ ਹੈ। ਬਿਲਕੁਲ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜੇ ਮੈਨਸ ਹਾਕੀ ਦੀ ਗੱਲ ਕਰੀਏ, ਉਸੇ ਤਰ੍ਹਾਂ ਵਿਮਨ ਹਾਕੀ ਜਿਹੜੀ ਆ ਉਹਨਾਂ ਨੇ ਵੀ 4ਥਾ ਸਥਾਨ ਹਾਸਲ ਕੀਤਾ। ਬੜੀ ਵੱਡੀ ਗੱਲ ਆ, ਵੱਡੀ ਅਚੀਵਮੈਂਟ ਆ। ਔਰ ਜਿਹੜੀ 3rd ਟੀਮ ਆਈ ਸੀਗੀ ਜੀ, ਉਹਨਾਂ ਨੇ ਜਿਹੜੀ ਇੰਡੀਅਨ ਹਾਕੀ ਟੀਮ ਦੀਆਂ ਖਿਡਾਰਨਾਂ ਸੀ, ਕਿਉਂਕਿ ਜਦੋਂ ਮੈਚ ਲੂਜ਼ ਕਰ ਜਾਂਦੇ ਤੁਸੀਂ ਤੇ ਜ਼ਰੂਰ ਪਰੇਸ਼ਾਨ ਹੁੰਦੇ, ਜੇ ਦੁੱਖ ਵੀ ਹੁੰਦਾ, ਤੇ ਉਹਨਾਂ ਨੇ ਉਹਨਾਂ ਨੂੰ ਥਾਪੜਾ ਦਿੱਤਾ, ਹੌਸਲਾ ਦਿੱਤਾ। ਬਿਲਕੁਲ ਜੀ। ਇੰਗਲੈਂਡ ਦੀ ਟੀਮ, ਇੰਗਲੈਂਡ ਮੈਂ ਵੈਸੇ ਕਹਤਾ ਕਿ 올림픽 ਦੇ ਵਿੱਚ ਉਹਨੇ ਐਜ਼ ਐਨ ਗ੍ਰੇਟ ਬ੍ਰਿਟਨ ਦੇ ਤੌਰ ਤੇ ਪਾਰਟਿਸਿਪੇਟ ਕੀਤਾ ਸੀ। ਗ੍ਰੇਟ ਬ੍ਰਿਟਨ ਨੇ 3ਜਾ ਸਥਾਨ ਹਾਸਲ ਕੀਤਾ। ਬੜਾ ਫਸਮਾ ਮੁਕਾਬਲਾ ਸੀਗਾ। ਔਰ ਉਸ ਤੋਂ ਬਾਅਦ ਇਹ ਵੀ ਇੱਕ ਸਪੋਰਟਸਮੈਨਸ਼ਿਪ ਦੀ ਬਹੁਤ ਵੱਡੀ ਜਿਹੜੀ ਕਟਸੀ ਹੈ, ਹਾਂਜੀ ਕਟਸੀ ਹੈ, ਕਿ ਉਹ ਆਪੋਜੀਸ਼ਨ ਦੀਆਂ ਜਿਹੜੀਆਂ ਪਲੇਅਰ ਸਨ ਉਹ ਵੀ ਆ ਕੇ ਇੰਡੀਆ ਦੀਆਂ ਪਲੇਅਰ ਨੂੰ ਕੰਸੋਲ ਕਰ ਰਹੀਆਂ ਸਨ ਜੀ। ਤੇ ਵਾਕਈ ਜੀ ਇਹ ਜਿਹੜਾ ਖੇਡਾਂ ਦਾ ਮਹਾਕੁੰਭ ਸੀਗਾ ਬਹੁਤ ਵਧੀਆ ਤਰੀਕੇ ਨਾਲ ਮੁਕੰਮਲ ਹੋਇਆ ਵਾ, ਤੇ ਕਾਫੀ ਫੈਕਟ ਫਿਗਰ ਹੋਰ ਨੇ, ਪਰ ਸਮੇਂ ਦੀ ਸਮਾਂ ਜਿਹੜਾ ਵਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਇੱਥੇ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਨੇ, ਅਲਬਰਟਾ ਨਾਲ ਸੰਬੰਧਿਤ ਨੇ, ਕੈਨੇਡਾ ਨਾਲ ਸੰਬੰਧਿਤ ਨੇ, ਉਹਨਾਂ ਉੱਪਰ ਗੱਲਬਾਤ ਕਰਦੇ ਹਾਂ ਜੀ। ਤੇ ਤੁਸੀਂ ਕਿਤੇ ਨਾ ਜਾਣਾ, ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਗੁਰਿੰਦਰ ਸਿੰਘ ਜੀ ਦੇ ਨਾਲ।
ਭਾਜੀ ਰੀਸੈਂਟਲੀ ਇੱਕ ਨਾ ਯੂਨਾਈਟਿਡ ਨੇਸ਼ਨ ਵੱਲੋਂ ਰਿਪੋਰਟ ਆਈ ਹੈ ਕਲਾਈਮੇਟ ਚੇਂਜ ਨੂੰ ਲੈ ਕੇ। ਹਾਂਜੀ। ਉਸ ਰਿਪੋਰਟ ਦੇ ਵਿੱਚ ਜਿਹੜੇ ਯੂਨਾਈਟਿਡ ਨੇਸ਼ਨ ਜਨਰਲ ਸੈਕਟਰੀ ਨੇ ਐਂਟੋਨੀਓ ਗੈਟਰਸ, ਉਹਨਾਂ ਨੇ ਇੱਕ ਟਰਮ ਯੂਜ਼ ਕੀਤੀ ਆ, ਕੋਡ ਰੈੱਡ ਫॉर ਹਿਊਮੈਨਿਟੀ। ਹਾਂਜੀ। ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਜਿਹੜੀ ਰਿਪੋਰਟ ਆ ਇਹਦੇ ਵਿੱਚ ਜਿੰਨੀਆਂ ਵੀ ਗ੍ਰੀਨ ਹਾਊਸ ਗੈਸਸ ਦੇ ਕਾਰਨ ਐਮਿਸ਼ਨ ਹੋਇਆ ਵਾ ਉਹਦੀ ਰਿਸਪੌਂਸਿਬਿਲਿਟੀ ਨੋ ਡਾਊਟ ਹਿਊਮਨ ਬੀਇੰਗਸ ਦੇ ਸਿਰ ਤੇ ਪੈਂਦੀ ਆ। ਬਿਲਕੁਲ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਇਹਦੇ ਵਿੱਚ ਟਿੱਪਣੀ ਕੀਤੀ ਆ ਕਿ 1850 ਤੋਂ 1900 ਤੋਂ ਲੈ ਕੇ ਹੁਣ ਤੱਕ ਜਿਹੜੀ ਵਾਰਮਿੰਗ ਦੇ ਵਿੱਚ ਇਜ਼ਾਫਾ ਹੋਇਆ 1.1 ਡਿਗਰੀ ਸੈਲਸੀਅਸ ਦਾ। ਬਿਲਕੁਲ। ਤੇ ਆਉਣ ਵਾਲੇ 20 ਸਾਲਾਂ ਦੇ ਵਿੱਚ ਵੀ ਅਨੁਮਾਨ ਦਿੱਤਾ ਉਹਨਾਂ ਨੇ ਕਿ ਜਿਹੜੀ ਇਹ ਵਾਰਮਿੰਗ ਆ ਇਹਦੇ ਵਿੱਚ 1.5 ਡਿਗਰੀ ਸੈਲਸੀਅਸ ਜਿਹੜਾ ਵਾ ਉਹ ਵਾਧਾ ਹੋ ਸਕਦਾ। ਬਿਲਕੁਲ ਜੀ। ਸੋ ਵੱਡਾ ਕੁਐਸਚਨ ਮਾਰਕ ਆ। ਤੇ ਇਹ ਰਿਪੋਰਟ ਉਦੋਂ ਆਈ ਆ ਕਿ 2021 ਦੇ ਵਿੱਚ ਜੀ ਇਹਨਾਂ ਦੀ ਜਿਹੜੀ ਆ ਇੰਟਰਨੈਸ਼ਨਲ ਲੈਵਲ ਦੀ ਮੀਟਿੰਗ ਹੋਣੀ ਆ, UN ਕਲਾਈਮੇਟ ਚੇਂਜ ਕਾਨਫਰੰਸ, ਅਕਤੂਬਰ 31 ਤੋਂ ਲੈ ਕੇ ਸ਼ੁਰੂ ਹੋਣੀ ਆ ਤੇ ਨਵੰਬਰ 12 ਤੱਕ ਚੱਲਣੀ ਆ। ਸਕਾਟਲੈਂਡ ਦੇ ਵਿੱਚ ਹੋਏਗੀ। ਸਕਾਟਲੈਂਡ 'ਚ ਹੋਣੀ, ਗਲਾਸਗੋ ਦੇ ਵਿੱਚ। ਹਾਂਜੀ। ਸੋ ਇਸ ਸੰਦਰਭ ਦੇ ਵਿੱਚ ਇਹ ਜਿਹੜੀ ਰਿਪੋਰਟ ਆਉਣੀ ਆ ਔਰ ਇਸ ਰਿਪੋਰਟ ਦੇ ਵਿੱਚ ਇੱਕ ਹੋਰ ਟਰਮ ਯੂਜ਼ ਕੀਤੀ ਗਈ ਆ, ਬਲਿਸਟਰਿੰਗ। ਹਾਂਜੀ। ਸੋ ਇਹਨੂੰ ਕਿਵੇਂ ਦੇਖਦੇ ਜੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਧਰਤੀ ਦੇ ਉੱਪਰ ਇਹਦਾ ਕਿਵੇਂ ਪ੍ਰਭਾਵ ਪੈ ਸਕਦਾ ਔਰ ਕੀ ਕਰਨ ਦੀ ਲੋੜ ਆ ਇਸ ਵੇਲੇ ਸਾਰੀ ਮਨੁੱਖਤਾ ਨੂੰ ਵਰਲਡ ਵਾਈਡ? ਮਨਜੀਤ ਸਿੰਘ ਜੀ, ਗੱਲ ਇਹ ਹੈ ਕਿ ਬਿਨਾਂ ਸ਼ੱਕ ਕਲਾਈਮੇਟ ਇੱਕ, ਅਗਰ ਅਸੀਂ ਕਹੀਏ ਨਾ ਸਮੁੱਚੀ ਦੁਨੀਆ ਦੇ ਵਿੱਚ ਭਖਦਾ ਮੁੱਦਾ ਜਿਹੜਾ ਕੀ ਹੈ ਜੀ, ਤਾਂ ਬਿਨਾਂ ਸ਼ੱਕ ਕਲਾਈਮੇਟ ਹੈ। ਔਰ ਪਿਛਲੇ 20 ਸਾਲ ਤੋਂ ਇਹ ਜਿਹੜਾ ਮੁੱਦਾ ਹੈ, ਇਸ ਨੂੰ ਸਿਰਫ ਇੱਕ ਸਮਾਂ ਜਦੋਂ ਤੋਂ ਅਮਰੀਕਾ ਦੇ ਵਿੱਚ ਰਿਪਬਲਿਕਨ ਸਰਕਾਰ ਆਈ, ਟਰੰਪ ਪ੍ਰੈਜ਼ੀਡੈਂਟ ਰਹੇ ਨੇ, ਕਿਉਂਕਿ ਸੁਪਰ ਪਾਵਰ ਹੈ, ਜਦੋਂ ਉਹ ਕੋਈ ਐਕਸ਼ਨ ਲੈਂਦੇ ਨੇ ਜਾਂ ਰਿਐਕਸ਼ਨ ਉਹਨਾਂ ਦਾ ਹੁੰਦਾ ਹੈ, ਫਿਰ ਉਹਦੇ ਨਾਲ ਸਾਰੀ ਚੀਜ਼ ਜਿਹੜੀ ਹੈ ਦੁਨੀਆ ਦੇ ਵਿੱਚ ਕੋਈ ਮੂਵਮੈਂਟ ਹੋਵੇ ਜਾਂ ਕੁਝ ਵੀ ਹੋਵੇ, ਉਹ ਪ੍ਰਭਾਵ ਉਸ ਚੀਜ਼ ਦਾ ਪੈਂਦਾ ਜੀ। ਸੋ ਉਸ ਕਰਕੇ ਕਲਾਈਮੇਟ ਦਾ ਜਿਹੜਾ ਕੁਐਸਚਨ ਸੀ ਉਹਨਾਂ ਦੇ ਸਮੇਂ ਦਰਮਿਆਨ ਜਿਹੜਾ ਉਹ ਬੈਕ ਬਰਨਰ ਤੇ ਚਲੇ ਗਿਆ ਜਾਂ ਉਹਦੇ ਬਾਰੇ ਗੱਲਬਾਤ ਇੰਨੀ ਨਹੀਂ ਹੋਈ। ਲੇਕਿਨ ਜਿਉਂ ਹੀ ਉੱਥੇ ਸਰਕਾਰ ਚੇਂਜ ਹੋਈ ਹੈ, ਸਿਰਫ ਇਹ ਨਹੀਂ ਕਿ ਰਾਸ਼ਟਰਪਤੀ ਚੇਂਜ ਹੋਇਆ, ਪਾਰਟੀ ਚੇਂਜ ਹੋਈ ਹੈ, ਜਿਹੜੀ ਥਿੰਕ ਟੈਂਕ ਸੀ, ਜਿਹੜਾ ਥਿੰਕ ਟੈਂਕ ਸੀ ਉਹ ਚੇਂਜ ਹੋਇਆ। ਸੋ UN ਜਿਹੜੀ ਯੂਨਾਈਟਿਡ ਨੇਸ਼ਨਸ ਨੇ, ਤਕਰੀਬਨ 190 ਦੇ ਕਰੀਬ ਮੁਲਕ ਉਹਨਾਂ ਦੇ ਮੈਂਬਰ ਨੇ। ਸੋ ਉਹਨਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜਿਹਦਾ ਸ਼ਾਇਦ ਨਾਮ ਹੈ ਇੰਟਰ ਗੌਰਮੈਂਟਲ ਪਾਰਟੀ ਆਫ ਕਲਾਈਮੇਟ ਕੰਟਰੋਲ, IPCC ਜੀ। ਹਾਂਜੀ। ਔਰ ਉਹਨਾਂ ਨੇ ਕਿਉਂਕਿ ਉਹਨਾਂ ਦੇ ਵਿੱਚੋਂ ਜਿੰਨੇ 190 ਕੰਟਰੀ ਨੇ, ਉਹਨਾਂ ਦੇ ਮਾਹਰ ਸਾਇੰਸਦਾਨ ਜਿਹੜੇ ਨੇ, ਉਹ ਸਮੇਂ ਸਿਰ ਇਨਪੁਟ ਆਪਣੀ ਦਿੰਦੇ ਨੇ ਕਿ ਕੀ ਹੋ ਰਿਹਾ ਕਲਾਈਮੇਟ ਦੇ ਸੰਬੰਧਿਤ। ਉਹ ਸਿਰਫ ਕਲਾਈਮੇਟ ਦੇਖਦੀ ਹੈ ਇਹ ਕਮੇਟੀ ਜਿਹੜੀ ਹੈ। ਉਹਨਾਂ ਨੇ ਇੱਕ ਬੜੀ ਡਿਟੇਲ ਰਿਪੋਰਟ ਦਿੱਤੀ ਹੈ ਔਰ ਜਿਹੜੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਕਿਸਮ ਦੀ ਜਿਹੜੀ ਦੁਨੀਆ ਨੂੰ ਰੈੱਡ ਲਾਈਟ, ਉਹਨਾਂ ਨੇ ਕਿਹਾ ਕਿ ਇੱਕ ਵਾਰਨਿੰਗ ਹੈ ਜੀ, ਬਹੁਤ ਵੱਡੀ ਵਾਰਨਿੰਗ ਹੈ। ਔਰ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ, ਔਰ ਦੂਜੀ ਉਹਨਾਂ ਨੇ ਕੁਝ ਚੀਜ਼ਾਂ 'ਤੇ ਬੜਾ ਵੱਖਰੇ ਕਿਸਮ ਦਾ ਫੋਕਸ ਇਸ ਵਾਰ ਕੀਤਾ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਭਾਵੇਂ ਸਾਇੰਟੀਫਿਕ ਥਿਊਰੀ ਜਿਹੜੀ ਹੈ ਕਾਫੀ ਦੇਰ ਤੋਂ ਇਸ ਪਾਸੇ ਨੂੰ ਉਹ ਦੱਸ ਰਹੇ ਸਨ, ਲੇਕਿਨ ਇਸ ਵੇਲੇ ਜਿਹੜੇ ਸਬੂਤ ਨੇ ਉਹ ਪੁਰਾਣੇ ਜਿੰਨੇ ਸਬੂਤ ਸੀ ਉਹਨਾਂ ਨਾਲੋਂ ਕਿਤੇ ਜ਼ਿਆਦਾ ਅਹਿਮ ਸਬੂਤ ਨੇ ਜੀ, ਜਿਨ੍ਹਾਂ ਤੋਂ ਇਹ ਗੱਲ ਇੱਕ ਚੀਜ਼ ਹੈ ਕਿ ਜਿਹੜਾ ਹਿਊਮਨ ਹੈ, ਜਿਹੜੀ ਹਿਊਮਨ ਰੇਸ ਹੈ, ਜਿਹੜੀ ਮਾਨਵ ਜਾਤੀ ਹੈ, ਇਹਨਾਂ ਦੇ ਐਕਸ਼ਨ ਜਾਂ ਇਹਨਾਂ ਦੇ ਕਰਕੇ ਹੀ ਜਿਹੜਾ ਕਲਾਈਮੇਟ ਹੈ ਉਹ ਵਾਰਮ ਹੋ ਰਿਹਾ, ਗਰਮ ਹੋ ਰਿਹਾ। ਔਰ ਇਹ ਜਿਹੜਾ ਪਲੈਨਟ ਹੈ, ਇਹ ਜਿਹੜਾ ਗ੍ਰਹਿ ਧਰਤੀ, ਇਹਦੇ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ। ਔਰ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਸਮੇਂ ਸਿਰ ਇਹ ਦੱਸਿਆ ਜਾਂਦਾ ਹੈ ਸਾਇੰਸਦਾਨਾਂ ਵੱਲੋਂ ਕਿ ਇੰਨੇ ਸਮੇਂ ਦੇ ਵਿੱਚ ਇੰਨੀ ਡਿਗਰੀ ਤਾਪਮਾਨ ਵੱਧ ਜਾਵੇਗਾ ਜੀ, ਲੇਕਿਨ ਉਹਦਾ ਜਿਹੜਾ ਰੇਟ ਹੈ, ਜਿਹੜੀ ਉਹਦੀ ਦਰ ਹੈ, ਉਹਦੇ ਵਿੱਚ ਹੋਰ ਵਾਧਾ ਹੋਇਆ। ਸੋ ਇਹ ਸਿਚੁਏਸ਼ਨ ਜਿਹੜੀ ਹੈ, ਇਹ ਬਿਨਾਂ ਸ਼ੱਕ UN ਦੀ ਜਿਹੜੀ ਅਥਾਰਟੀ, ਉਹਨਾਂ ਦੇ ਕਹਿਣ ਮੁਤਾਬਕ ਇਹ ਇੱਕ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਹੈ। ਉਹ ਕਹਿੰਦੇ ਨੇ ਕਿ ਜਿੰਨਾ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ, ਇਸ ਨੁਕਸਾਨ ਨੂੰ ਠੀਕ ਕਰਨ ਲਈ ਸਦੀਆਂ ਲੱਗਣਗੀਆਂ। ਬਿਲਕੁਲ ਇਹ ਨਹੀਂ ਕਿ 2, 4, 10 ਸਾਲਾਂ ਦੇ ਵਿੱਚ, ਕਿਉਂਕਿ ਆਪ ਜੀ ਨੂੰ ਯਾਦ ਹੋਵੇਗਾ ਕਿ ਜਦੋਂ ਕੋਵਿਡ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਲਾਕਡਾਊਨ ਲੱਗੇ ਤੇ ਬਹੁਤ ਕੁਝ ਕਿਹਾ ਗਿਆ ਕਿ ਜੀ ਵਾਤਾਵਰਨ ਸਾਫ਼ ਹੋ ਗਿਆ, ਦਿਨਾਂ ਦੇ ਵਿੱਚ ਹੀ ਵਾਤਾਵਰਨ ਸਾਫ਼ ਹੋ ਜਾਂਦਾ, ਹਵਾ ਪਾਣੀ। ਅਸੀਂ ਭਾਰਤ ਤੋਂ ਖਬਰਾਂ ਸੁਣਦੇ ਸਨ ਕਿ ਕਿਸ ਤਰ੍ਹਾਂ ਪੰਜਾਬ ਤੋਂ ਤੁਸੀਂ ਆਪਣੇ ਘਰ ਦੀ ਛੱਤ 'ਤੇ ਖੜੇ ਹੋ ਕੇ ਹਿਮਾਚਲ ਦੀਆਂ ਪਹਾੜੀਆਂ ਦੇ ਸਕਦੇ ਹੋ। ਇਹ ਗੱਲਾਂ ਠੀਕ ਨੇ, ਲੇਕਿਨ ਉਹਨਾਂ ਨੇ ਇਹ ਸਾਰਾ ਕੁਝ ਨਕਾਰਦਿਆਂ ਹੋਇਆਂ ਜਿਹੜਾ ਅਹਿਮ ਗੱਲ ਕਹੀ ਹੈ ਕਿ ਹਿਊਮਨ ਰੇਸ ਅਗਰ ਅੱਜ ਵੀ ਐਕਸ਼ਨ ਲੈਣਾ ਸ਼ੁਰੂ ਕਰ ਦੇਵੇ ਤੇ ਜਿੰਨਾ ਨੁਕਸਾਨ ਹੋ ਚੁੱਕਿਆ ਹੈ ਉਸ ਨੂੰ ਠੀਕ ਕਰਨ ਦੇ ਵਿੱਚ 100 ਵਰ੍ਹਾ ਅਜੇ ਲੱਗ ਸਕਦਾ, 100 ਤੋਂ ਵੱਧ ਸਾਲ ਲੱਗ ਸਕਦਾ। ਸੋ ਇਹ ਇੱਕ ਚਿੰਤਾਜਨਕ ਰਿਪੋਰਟ ਹੈ। ਮੈਨੂੰ ਲੱਗਦਾ ਹੈ
ਕਿ ਦੁਨੀਆ ਦੇ ਕਿਉਂਕਿ ਤੁਸੀਂ ਦੱਸਿਆ ਅਕਤੂਬਰ ਦੇ ਵਿੱਚ ਇਹ ਸਮਿਟ ਹੋਵੇਗੀ, ਸਕਾਟਲੈਂਡ ਦੇ ਵਿੱਚ ਹੋਵੇਗੀ। ਉੱਥੇ ਜਿਹੜੇ ਕਾਰਬਨ ਐਮਿਸ਼ਨ ਦੇ ਟਾਰਗੇਟਸ ਨੇ ਉਹਨਾਂ ਨੂੰ ਹੋਰ ਸਟ੍ਰਿਕਟਲੀ ਇਨਫੋਰਸ ਕੀਤਾ ਜਾਵੇਗਾ ਦੁਨੀਆ ਤੇ, ਔਰ ਦੁਨੀਆ ਦੇ ਮੁਲਕ ਜਿਹੜੇ ਨੇ ਉਹਨਾਂ ਨੂੰ ਜਿੱਥੇ ਖਾਸ ਕਰਕੇ ਪੋਲਿਊਸ਼ਨ ਜ਼ਿਆਦਾ ਹੈ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇਗਾ ਕਿ ਤੁਸੀਂ ਆਪਣੇ ਟਾਰਗੇਟ ਮੀਟ ਕਰੋ। ਬਿਲਕੁਲ ਜੀ, ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਜਿਹੜੀ ਗਲੈਸਗੋ ਦੇ ਵਿੱਚ ਸਕਾਟਲੈਂਡ 'ਚ ਇਹਨਾਂ ਦੀ ਸਮਿਟ ਹੋਣੀ ਆ, ਹਾਂਜੀ, ਕੀ ਉਹਦੇ ਵਿੱਚ ਇਹ ਟੀਚੇ ਮਿੱਥਦੇ ਨੇ, ਕੀ ਇਹ ਸਟ੍ਰਿਕਟ ਐਕਸ਼ਨ ਲੈਂਦੇ ਨੇ, ਆਉਣ ਵਾਲਾ ਸਮਾਂ ਦੱਸੇਗਾ। ਆਪਾਂ ਅਗਲੇ ਮੁੱਦੇ ਵੱਲ ਚੱਲਦੇ ਹਾਂ। ਠੀਕ ਹੈ ਜੀ। ਅਗਰ ਗੱਲ ਕਰੀਏ ਜੀ ਕੋਵਿਡ ਦੀ, ਹਾਂਜੀ, ਤੇ ਕੈਨੇਡਾ ਦੇ ਵਿੱਚ ਅਫੀਸ਼ੀਅਲੀ ਤੌਰ ਤੇ ਜਿਹੜੀ ਚੌਥੀ ਵੇਵ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਜੀ। ਇੱਕ ਵੱਡਾ ਕੁਐਸਚਨ ਮਾਰਕ ਆ, ਚਿੰਤਾ ਦਾ ਵਿਸ਼ਾ। ਅਗਰ ਅਲਬਰਟਾ ਦੀ ਸਿਰਫ ਗੱਲ ਕਰੀਏ ਜੀ, ਮੈਨੂੰ ਲੱਗਦਾ 15-20 ਦਿਨ ਪਹਿਲਾਂ ਦੀ ਗੱਲ ਆ, ਜਿਹੜੇ ਐਕਟਿਵ ਕੇਸਿਸ ਸੀ ਉਹਨਾਂ ਦੀ ਗਿਣਤੀ ਜਿਹੜੀ ਆ ਉਹ 1000 ਤੋਂ ਨੀਚੇ ਆ ਗਈ ਸੀ। ਹਾਂਜੀ, ਇਸੇ ਤਰ੍ਹਾਂ ਜਿਹੜੀ ਹਸਪੀਟਲਾਈਜੇਸ਼ਨ ਸੀਗੀ ਉਹ 70-80 ਦੇ ਕਰੀਬ, ਤਕਰੀਬਨ 100 ਤੋਂ ਥੱਲੇ ਸੀ। ਹਾਂਜੀ, ਬਿਲਕੁਲ। ਔਰ ਜਿਹੜੀ ਆਈਸੀਯੂ ਦੇ ਵਿੱਚ ਸੀਗੇ ਉਹ ਪੇਸ਼ੈਂਟ ਜਿਹੜੇ ਸੀਗੇ 22-24 ਰਹਿ ਗਏ ਸੀਗੇ। ਹਾਂਜੀ, ਪਰ ਜਿਹੜੀ ਅੱਜ ਦੀ ਰਿਪੋਰਟ ਆ ਜੀ ਬੁੱਧਵਾਰ ਦੀ, ਉਹਦੇ ਅਨੁਸਾਰ 501 ਨਵੇਂ ਕੇਸਿਸ ਆਏ ਨੇ ਜੀ, ਜਿਹਦੇ ਨਾਲ ਟੋਟਲ ਐਕਟਿਵ ਕੇਸਾਂ ਦੀ ਗਿਣਤੀ ਜਿਹੜੀ ਆ 3769 ਹੋ ਗਈ ਆ। ਬਿਲਕੁਲ। ਔਰ ਹਸਪੀਟਲਸ ਦੇ ਵਿੱਚ ਜਿਹੜੀ ਗਿਣਤੀ ਆ ਪੇਸ਼ੈਂਟਸ ਦੀ 138 ਆ, ਤੇ ਆਈਸੀਯੂ ਦੇ ਵਿੱਚ ਜਿਹੜੇ ਗੰਭੀਰ ਹਾਲਤ ਵਿੱਚ ਨੇ ਉਹ 31 ਨੇ। ਔਰ ਜੇਕਰ ਇਹ ਗੱਲ ਟੋਟਲ ਕੀਤੀ ਜਾਵੇ ਨਾ ਜਿਹੜੇ ਐਕਟਿਵ ਕੇਸਿਸ ਨੇ, ਇਹਦੇ ਵਿੱਚੋਂ ਜੀ 81% ਜਿਹੜੇ ਕੇਸਿਸ ਨੇ ਉਹ ਨਿਊ ਵੇਰੀਐਂਟਸ ਦੇ ਨੇ, ਜਿਹੜਾ ਕਿ ਹੋਰ ਚਿੰਤਾ ਵਾਲਾ ਵਿਸ਼ਾ, ਡੈਲਟਾ ਵੇਰੀਐਂਟ ਹੈ। ਔਰ ਇਹਦੇ ਨਾਲ ਇੱਕ ਹੋਰ ਜੁੜਦੀ ਖਬਰ ਆ ਕਿ ਪਿਛਲੇ ਦਿਨੀ ਨਾ ਅਲਬਰਟਾ ਦੇ ਜਿਹੜੇ ਪ੍ਰੀਮੀਅਰ ਨੇ ਜੇਸਨ ਕੇਨੀ, ਉਹਨਾਂ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸੀਗੀ ਫੈਡਰਲ ਗਵਰਨਮੈਂਟ ਦੇ ਸੰਬੰਧ ਵਿੱਚ। ਉਹਨਾਂ ਨੇ ਕਿਹਾ ਵੀ ਹੀ ਵਾਂਟ ਟੇਕ ਅ ਲੈਕਚਰ ਫਰੋਮ ਦੀ ਫੈਡਰਲ ਹੈਲਥ ਮਿਨਿਸਟਰ ਪੈਟੀ ਹੈਡਟੂ ਔਨ ਹਾਊ ਟੂ ਹੈਂਡਲ ਕੋਵਿਡ-19। ਸੋ ਕੀ ਲੱਗਦਾ ਤੁਹਾਨੂੰ ਵੀ ਇਹ ਇਹੋ ਜਿਹੀ ਸਟੇਟਮੈਂਟ ਦੇਣੀ, ਔਰ ਜਦੋਂ ਕਿ ਤੁਸੀਂ ਇਸ ਸਥਿਤੀ ਨੂੰ ਕਾਬੂ ਪਾਉਣ ਦੇ ਵਿੱਚ ਅਸਮਰੱਥ ਜੇ, ਕੀ ਇਹ ਢੁਕਵੀਂ ਸੀ ਗੱਲਬਾਤ? ਗੱਲ ਇਹ ਜੀ ਕਿ ਅਗਰ ਅਸੀਂ ਦੁਨੀਆ ਦੇ ਬਾਕੀ ਮੁਲਕਾਂ ਤੇ ਥੋੜ੍ਹੀ ਜਿਹੀ ਝਾਤ ਮਾਰਦੇ ਹਾਂ ਤੇ ਦੋ ਮੁਲਕ ਘੱਟੋ ਘੱਟ ਅਜਿਹੇ ਨੇ, ਅਗਰ ਅਸੀਂ ਇੰਡੀਆ ਨੂੰ ਸਾਈਡ ਤੇ ਵੀ ਕਰ ਦਈਏ, ਕਿਉਂਕਿ ਕਈ ਵਾਰੀ ਜਦੋਂ ਅਸੀਂ ਇੰਡੀਆ ਦੇ ਸਟੈਟ ਜਾਂ ਅੰਕੜਿਆਂ ਦੀ ਗੱਲ ਕਰਦੇ ਹਾਂ ਉਸ ਤੇ ਕਈ ਵਾਰੀ ਜਿਹੜਾ ਸਹਿਮਤੀ ਜਿਹੜੀ ਨਹੀਂ ਹੁੰਦੀ ਜੀ। ਲੇਕਿਨ ਨੀਦਰਲੈਂਡ, ਜਿਹਨੂੰ ਹਾਲੈਂਡ ਵੀ ਕਹਿੰਦੇ, ਤੇ ਇੰਗਲੈਂਡ, ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਚੌਥੀ ਵੇਵ ਹੈ ਉੱਥੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਔਰ ਉੱਥੇ ਵੀ ਜਿਵੇਂ ਤੁਸੀਂ ਦੱਸਿਆ ਬਹੁ ਗਿਣਤੀ ਜਿਹੜੇ ਨਵੇਂ ਕੇਸ ਨੇ ਉਹ ਡੈਲਟਾ ਵੇਰੀਐਂਟ ਦੇ ਨੇ, ਔਰ ਇਹ ਉਹ ਵੇਰੀਐਂਟ ਹੈ ਜਿਹੜਾ ਬੜੀ ਤੇਜ਼ੀ ਨਾਲ ਸਪਰੈਡ ਹੁੰਦਾ, ਜਿਹੜਾ ਪਹਿਲਾ ਜਿਹੜਾ ਕੋਵਿਡ ਦਾ ਵੇਰੀਐਂਟ ਸੀ ਉਸ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਸਪਰੈਡ ਹੁੰਦਾ ਜੀ। ਹੁਣ ਗੱਲ ਕਰਦੇ ਹਾਂ ਅਲਬਰਟਾ ਦੀ। ਅਲਬਰਟਾ ਕੈਨੇਡਾ ਦੇ ਵਿੱਚ ਦੋ ਸੂਬੇ ਨੇ। ਸਭ ਤੋਂ ਪਹਿਲੇ ਨੰਬਰ ਤੇ BC ਹੈ, ਜਿੱਥੇ ਕੇਸ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਦੂਜੇ ਨੰਬਰ ਤੇ ਅਲਬਰਟਾ ਆ ਜਾਂਦਾ ਜੀ। ਬਿਲਕੁਲ। ਅਲਬਰਟਾ ਦੇ ਵਿੱਚ BC ਨਾਲੋਂ ਜਾਂ ਕੈਨੇਡਾ ਦੇ ਬਾਕੀ ਪ੍ਰੋਵਿੰਸ ਨਾਲੋਂ ਇਹ ਫਰਕ ਹੈ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਜਾਂ ਲੋਕ ਜਾਂ ਕੁਝ ਅਦਾਰੇ ਇੱਦਾਂ ਦੇ ਸੀ ਜਿਹੜੇ ਕੰਟੀਨਿਊਸਲੀ, ਕੁਝ ਓਪਨਲੀ ਤੇ ਕੁਝ ਥੋੜ੍ਹਾ ਲੁਕਾਸ਼ ਪਾ ਕੇ ਉਹ ਡਿਨਾਈਲ ਮੋਡ ਦੇ ਵਿੱਚ ਸਨ ਕਿ ਇਹ ਇੰਨਾ ਨਹੀਂ ਹੈ ਜੀ, ਇਹ ਇੰਨਾ ਖਤਰਨਾਕ ਨਹੀਂ ਹੈ ਜਾਂ ਕੁਛ ਵੀ ਹੈ। ਅਲਬਰਟਾ ਉਹਨਾਂ ਸੂਬਿਆਂ ਦੇ ਵਿੱਚੋਂ ਹੈ ਜਿਹਦੇ ਲੀਡਰ ਜਾਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਵੀ ਕਈ ਵਾਰ ਇਹ ਕਹਿੰਦੇ ਨੇ ਕਿ ਸਾਡੀ ਪ੍ਰਾਈਵੇਸੀ ਤੇ ਹਮਲਾ। ਅਗਰ ਅਸੀਂ ਇੱਕ ਗੱਲ ਅੱਜ ਕੱਲ੍ਹ ਚੱਲ ਰਹੀ ਹੈ ਕਿ ਕੈਨੇਡੀਅਨ ਗਵਰਨਮੈਂਟ ਵਿਚਾਰ ਕਰ ਰਹੀ ਹੈ ਕਿ ਅਸੀਂ ਇੱਕ ਵੈਕਸੀਨੇਸ਼ਨ ਪਾਸਪੋਰਟ ਆਪਣੇ ਨਾਗਰਿਕ ਜਿਹੜੇ ਬਾਹਰ ਜਾ, ਕਿਉਂਕਿ ਲੋਕ 2 ਸਾਲ ਤੋਂ ਆਪਣੇ ਘਰਾਂ ਦੇ ਵਿੱਚ ਬੰਦ ਪਏ ਨੇ ਜੀ, ਕਿਸੇ ਜ਼ਰੂਰੀ ਕਿਸੇ ਨੇ ਕਿਸੇ ਨੂੰ ਮਿਲਣ ਜਾਣਾ ਦੂਜੇ ਮੁਲਕ ਦੇ ਵਿੱਚ ਉਹ ਜਾ ਨਹੀਂ ਸਕਦੇ। ਸੋ ਕੈਨੇਡੀਅਨ ਸਰਕਾਰ ਇਸ ਚੀਜ਼ 'ਤੇ ਵਰਕ ਕਰ ਰਹੀ ਕਿ ਇੱਕ ਪਾਸਪੋਰਟ ਇਸ਼ੂ ਕਰੀਏ ਕਿ ਅਗਰ ਕੋਈ ਬੰਦਾ ਫੁੱਲੀ ਵੈਕਸੀਨੇਟਡ ਹੈ ਉਹਦੇ ਕੋਲ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਹੋਵੇ, ਡਿਜੀਟਲ ਹੋਵੇ ਜਾਂ ਪੇਪਰ ਹੋਵੇ, ਜਿਹੜਾ ਉਹ ਦਿਖਾ ਕੇ ਇਹ ਦੱਸ ਸਕੇ ਕਿ ਮੈਂ ਜੀ ਪ੍ਰੋਟੈਕਟਡ ਹਾਂ। ਸੋ ਪਾਸਪੋਰਟ ਇੰਨੀ ਜ਼ਰੂਰੀ ਚੀਜ਼ ਹੈ। ਪਾਸਪੋਰਟ ਕਿਹਨੂੰ ਮਿਲੇਗਾ? ਜਿਹਨੇ ਦੋਨੇ ਵੈਕਸੀਨੇਸ਼ਨਾਂ ਲਵਾ ਰਹੀਆਂ। ਬਿਲਕੁਲ, ਹਾਂਜੀ। ਔਰ ਦੂਜੀ ਗੱਲ ਇਹ ਹੈ ਅਪਰੂਵਡ ਨੇ, ਹਾਂਜੀ, ਅਪਰੂਵਡ ਵੈਕਸੀਨ ਜਿਹੜੀ ਕੈਨੇਡਾ ਗਵਰਨਮੈਂਟ ਨੇ ਅਪਰੂਵ ਕੀਤੀ। ਹਾਂਜੀ, ਹਾਂਜੀ। ਤੇ ਹੁਣ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਸਰਕਾਰਾਂ ਦਾ ਜ਼ੋਰ, ਇਹ ਵੀ ਸਾਨੂੰ ਪਤਾ ਹੈ, ਈਵਨ ਸਾਡੇ ਪ੍ਰੋਵਿੰਸ ਦੇ ਵਿੱਚ ਵੀ ਜੇਸਨ ਕੇਨੀ ਸਾਹਿਬ ਨੇ ਇਹ ਅਨਾਉਂਸ ਕੀਤਾ ਸੀ ਕਿ ਜਿਹੜਾ ਵੈਕਸੀਨ ਲਵਾਏਗਾ ਉਸ ਦਾ ਡਰਾਅ ਦੇ ਵਿੱਚ ਨਾ ਪਏਗਾ। ਮੈਨੂੰ ਨਹੀਂ ਪਤਾ ਕਦੋਂ ਨਿਕਲਣਾ ਹੈ ਜਾਂ ਕਿਸੇ ਦਾ ਨਿਕਲਿਆ ਜਾਂ ਨਹੀਂ ਨਿਕਲਣਾ, ਇਹ ਸਮਾਂ ਦੱਸੇਗਾ। ਲੇਕਿਨ ਜੋ ਇੱਕ ਲੋਕਾਂ ਨੂੰ ਦੱਸਣ ਲਈ ਉਹਨਾਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਵੀ ਕੀਤੀ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਜਿਹ 'ਚ ਉਹ ਇਸ ਲਾਈਨ ਦੇ ਵਿੱਚ ਨਾ ਨਜ਼ਰ ਆਉਣ ਜਿਹੜੇ ਇਹਦੇ ਉਲਟ ਨੇ। ਲੇਕਿਨ ਗਾਹੇ ਬਗਾਹੇ ਉਹਨਾਂ ਦਾ ਜੀ ਫਿਰ ਵੀ ਕਈ ਵਾਰੀ ਕਰਦਾ, ਮੈਨੂੰ ਲੱਗਦਾ ਕਿ ਮੈਂ ਇੱਦਾਂ ਦੀ ਗੱਲ ਕਰਾਂ ਜਿਹਦੇ ਨਾਲ ਜਿਹੜੇ ਬੰਦੇ ਵੈਕਸੀਨ ਲਾਉਣ ਦੇ ਬਹੁਤ ਇੱਛੁਕ ਨਹੀਂ, ਮੈਂ ਸਮਝਾਉ ਉਹਨਾਂ ਦੀ ਸਾਈਡ ਵੀ ਲੈ ਲਵਾਂ। ਸੋ ਮੈਨੂੰ ਲੱਗਦਾ ਜਿਹੜਾ ਉਹਨਾਂ ਦਾ ਇਹ ਬਿਆਨ ਹੈ ਨਾ ਉਹ ਤਾਂ ਸਿਰਫ ਇਸੇ ਗੱਲ, ਕਿਉਂਕਿ ਅਦਰਵਾਈਜ਼ ਉਹਨਾਂ ਦੇ ਇਸ ਬਿਆਨ ਦਾ ਕੋਈ ਮਤਲਬ ਹੋ ਨਹੀਂ ਸਕਦਾ, ਕਿਉਂਕਿ ਸਾਰੀ ਦੁਨੀਆ ਇਸ ਮਹਾਮਾਰੀ ਨਾਲ ਲੜ ਰਹੀ ਹੈ। ਅਗਰ ਕੋਈ ਬੰਦਾ ਕੋਈ ਚੰਗਾ ਸੁਝਾਅ ਦਿੰਦਾ ਹੈ ਤੇ ਉਹਨੂੰ ਇਹ ਕਹਿ ਕੇ ਨਕਾਰ ਦੇਣਾ ਕਿ ਮੈਂ ਉਹਨਾਂ ਤੋਂ ਕੋਈ ਲੈਕਚਰ ਨਹੀਂ ਲੈਣਾ, ਇਹ ਕੋਈ ਸਿਆਣੀ ਗੱਲ ਨਹੀਂ।
ਦੂਜੀ ਗੱਲ ਇਹ ਹੈ ਕਿ ਅਲਬਰਟਾ ਦੇ ਵਿੱਚ ਕੀ ਹੋਏਗਾ, ਅਸੀਂ ਇਹੀ ਉਮੀਦ ਕਰ ਸਕਦੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਕੋਈ ਇੱਦਾਂ ਦੀ ਬਿਆਨਬਾਜ਼ੀ ਘੱਟੋ ਘੱਟ ਨਾ ਕਰੇ ਜਿਹਦੇ ਨਾਲ ਲੋਕ ਜਿਹੜੇ ਨੇ ਉਹ ਥੋੜ੍ਹੇ ਲਾਪਰਵਾਹ ਹੋਣ, ਕਿਉਂਕਿ ਸਰਕਾਰਾਂ ਦਾ ਫਰਜ਼ ਇਹ ਬਣਦਾ ਹੈ ਕਿ ਲੋਕਾਂ ਨੂੰ ਸਾਵਧਾਨ ਰੱਖੇ, ਲੋਕ ਪੱਖੀ ਫੈਸਲੇ ਹੋਣ। ਹਾਂ, ਉਮੀਦ ਅਸੀਂ ਇਹੀ ਕਰਦੇ ਹਾਂ ਕਿ ਇਹ ਜਿਵੇਂ ਤੁਸੀਂ ਦੱਸਿਆ ਕਿ 500 ਤੋਂ ਵੱਧ ਕੇਸ ਆਏ ਨੇ, ਇਹ ਕੇਸਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਏ। ਲੇਕਿਨ ਜਿਸ ਤਰ੍ਹਾਂ ਡੈਲਟਾ ਵੇਰੀਐਂਟ ਸਪਰੈਡ ਹੁੰਦਾ ਹੈ, ਅਗਰ ਕਿਸੇ ਤਰ੍ਹਾਂ ਜਾਂ ਕਿਸੇ ਕਾਰਨ ਕਰਕੇ ਹਾਲਾਤ ਫਿਰ ਖਰਾਬ ਹੁੰਦੇ ਨੇ, ਦੁਬਾਰਾ ਸਥਿਤੀ ਇੱਦਾਂ ਦੀ ਆਉਂਦੀ ਹੈ ਕਿ ਮਾਸਕ ਪਾਏ ਜਾਣ ਜਾਂ ਕੁਝ ਰਿਸਟ੍ਰਿਕਸ਼ਨਾਂ ਲੱਗਣ, ਤੇ ਮੇਰਾ ਖਿਆਲ ਬਹੁਤ ਮੰਦਭਾਗੀ ਗੱਲ ਹੋਵੇ। ਬਿਲਕੁਲ, ਕਿਉਂਕਿ ਜੀ ਇੱਕ ਹੋਰ ਇਹਦੇ ਨਾਲ ਡਾਟਾ ਰਿਲੇਟਡ ਆ ਕਿ ਲਗਭਗ 40% ਕੈਨੇਡੀਅਨ ਜਿਹੜੇ ਨੇ ਉਹ ਅਜੇ ਤੱਕ ਵੈਕਸੀਨੇਟਡ ਨਹੀਂ ਹੋਏ। ਉਹਦੇ ਵਿੱਚ ਅਸੀਂ ਉਹ ਬੱਚੇ ਜਿਹੜੇ ਕਿ 12 ਸਾਲ ਦੀ ਉਮਰ ਤੋਂ ਘੱਟ ਨੇ, ਜਿਹੜੇ ਐਲੀਜੀਬਲ ਹੀ ਨਹੀਂ ਹੈਗੇ ਅਜੇ, ਉਹਨਾਂ ਵਾਸਤੇ ਅਜੇ ਤੱਕ ਕੋਈ ਵਰਲਡ ਵਾਈਡ ਕੋਈ ਇਹੋ ਜਿਹੀ ਕੋਈ ਵੈਕਸੀਨੇਸ਼ਨ ਜਾਂ ਕੋਈ ਇੱਦਾਂ ਦਾ ਬੂਸਟਰ ਤਿਆਰ ਨਹੀਂ ਹੋਇਆ। ਸੋ ਇਹ ਵੀ ਇੱਕ ਵੱਡਾ ਨੰਬਰ ਆ, ਔਰ ਸਰਕਾਰਾਂ ਵੱਲੋਂ ਕੋਸ਼ਿਸ਼ ਇਹ ਵੀ ਕੀਤੀ ਜਾ ਰਹੀ ਹੈ ਦੱਸਣ ਦੀ ਕਿ ਭਾਈ ਇਹ ਜ਼ਿਆਦਾ ਲੋਕ ਜਿਹੜੇ ਐਡਮਿਟ ਹੋ ਰਹੇ ਹਸਪੀਟਲਸ ਦੇ ਵਿੱਚ ਜਾਂ ਜਿਹੜੇ ਪੋਜ਼ਿਟਿਵ ਆ ਰਹੇ ਨੇ, ਇਹ ਉਹ ਨੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਹੋਈ। ਔਰ ਦੂਜੀ ਗੱਲ ਹੈ ਜੀ ਕਿ ਵਾਇਰਸ ਨੂੰ ਕੈਚ ਕਰਨਾ ਉਹ ਵੱਖਰੀ ਗੱਲ ਹੈ, ਲੇਕਿਨ ਅਗਰ ਤੁਸੀਂ ਵੈਕਸੀਨੇਟਡ ਹੋ ਤਾਂ ਫਿਰ ਤੁਹਾਨੂੰ ਖਤਰਾ ਨਹੀਂ ਹੈ। ਇਹ ਬਹੁਤ ਵੱਡੀ ਗੱਲ ਹੈ, ਇਹ ਸਮਝਣ ਵਾਲੀ ਗੱਲ ਹੈ। ਖਤਰਾ ਘੱਟ ਆ, ਮੈਂ ਕਹਿੰਦਾ ਬਿਲਕੁਲ ਘੱਟ ਹੈ, ਹਾਂਜੀ, ਕਿਉਂਕਿ ਉਹਦਾ ਖਤਰਾ ਬਹੁਤ ਘੱਟ ਜਾਂਦਾ ਵਾ, ਖਤਰਾ ਬਹੁਤ ਘੱਟ, ਤੇ ਕਾਫੀ ਹੱਦ ਤੱਕ ਤੁਸੀਂ ਸੇਫ ਹੋ ਜਾਂਦੇ ਜੇ। ਹਾਲਾਂਕਿ ਕਿਸੇ ਵੀ ਕੰਪਨੀ ਨੇ ਇਹ ਨਹੀਂ ਕਿਹਾ ਵੀ ਤੁਸੀਂ 95% ਜਾਂ 100% ਸੇਫ ਜੇ, ਪਰ ਕਾਫੀ ਹੱਦ ਤੱਕ ਤੁਸੀਂ ਸੇਫ ਹੋ ਜਾਂਦੇ ਜੇ। ਚਲੋ ਜੀ, ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸਾਡੇ ਅਲਬਰਟਸ ਨੇ, ਕੈਨੇਡੀਅਨਸ ਨੇ, ਫਟਾਫਟ ਆਪਣੀ ਵੈਕਸੀਨੇਸ਼ਨ ਕੰਪਲੀਟ ਕਰਨ, ਕਿਉਂਕਿ ਅਗਰ ਗੱਲ ਕਰੀਏ ਨਾ ਆਪਾਂ ਅਲਬਰਟਾ ਦੀ ਸਿਰਫ, ਤੇ ਮੈਨੂੰ ਲੱਗਦਾ ਵੀ 76% ਜਿਹੜੇ ਅਲਬਰਟਸ ਨੇ ਉਹਨਾਂ ਨੇ ਫਸਟ ਡੋਜ਼ ਲੈ ਲਈ ਆ। ਬਿਲਕੁਲ ਜੀ। ਔਰ ਜਿਹੜੀ ਸੈਕੰਡ ਡੋਜ਼ ਹੈ ਉਹ 67% ਲੋਕਾਂ ਨੇ ਲੈ ਲਈ ਹੈ। ਨੋ ਡਾਊਟ ਸੈਕੰਡ ਜਿਹੜੀ ਡੋਜ਼ ਵਾਲਿਆਂ ਦੀ ਗਿਣਤੀ ਤਾਂ ਲਗਾਤਾਰ ਵਧ ਰਹੀ ਹੈ, ਹਾਂਜੀ, ਪਰ ਜਿਹੜੀ ਫਸਟ ਡੋਜ਼ ਵਾਲਿਆਂ ਦੀ ਗਿਣਤੀ ਜਿਹੜੀ ਆ ਪਿਛਲੇ ਮਹੀਨੇ ਤੋਂ ਕੋਈ ਬਹੁਤ ਹੀ ਸੰਤੋਖਜਨਕ ਨਹੀਂ। ਉਹ ਗੱਲ ਹੈ ਜੀ, ਜਿਵੇਂ ਮੈਂ ਗੱਲ ਕੀਤੀ ਸੀ ਵੀ ਜਿਹੜਾ ਵੈਕਸੀਨੇਸ਼ਨ ਪਾਸਪੋਰਟ ਦੀ, ਕੈਨੇਡਾ ਦਾ ਕਿਊਬਿਕ ਪ੍ਰੋਵਿੰਸ ਜਿਹੜਾ ਹੈ ਉਹ ਆਪਣਾ ਪ੍ਰੋਵਿੰਸ਼ੀਅਲ ਤੌਰ ਤੇ ਵੈਕਸੀਨੇਸ਼ਨ ਪਾਸਪੋਰਟ ਜਾਰੀ ਕਰਨ ਦੀ ਗੱਲ ਕਰ ਰਹੇ ਨੇ, ਜਿੱਥੇ ਉਹਨਾਂ ਦੇ ਜਿੱਥੇ ਵੀ ਕਿਤੇ ਕੋਈ ਆਫਿਸ ਨੇ ਜਾਂ ਰੈਸਟੋਰੈਂਟ ਨੇ, ਔਰ ਉੱਥੇ ਜਾ ਕੇ ਤੁਸੀਂ ਦਿਖਾ ਸਕਦੇ ਹੋ। ਤੇ ਅਲਬਰਟਾ ਇੱਕ ਵਾਹਦ ਪ੍ਰੋਵਿੰਸ ਹੈ ਜਿਹੜਾ ਕਹਿੰਦੇ ਕਿ ਅਸੀਂ ਵੈਕਸੀਨੇਸ਼ਨ ਪਾਸਪੋਰਟ ਬਾਰੇ ਕੋਈ ਗੱਲ ਨਹੀਂ ਕਰ ਰਹੇ, ਇਹਦੀ ਜ਼ਰੂਰਤ ਨਹੀਂ ਹੈ। ਔਰ ਮੈਨੂੰ ਹੈਰਾਨਗੀ ਆ ਰਹੀ ਸੀ ਕਿ ਇੱਕ ਵਿਅਕਤੀ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਵੈਕਸੀਨੇਸ਼ਨ ਪਾਸਪੋਰਟ ਹੈ ਇਹ ਲੋਕਾਂ ਦੀ ਜਿਹੜੀ ਫਰੀडम ਹੈ ਜਾਂ ਉਹਨਾਂ ਦੀ ਜਿਹੜੀ ਉਹਨਾਂ ਦੀ ਪ੍ਰਾਈਵੇਸੀ ਹੈ ਉਸ ਤੇ ਹਮਲਾ ਹੈ। ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਕੋਈ ਠੀਕ ਨਹੀਂ ਔਰ ਲੋਕਾਂ ਦੇ ਇੰਟਰਸਟ ਦੇ ਵਿੱਚ ਨਹੀਂ ਹਨ। ਚਲੋ ਜੀ, ਬਿਲਕੁਲ ਅਸੀਂ ਅਰਦਾਸ ਕਰਦੇ ਹਾਂ ਕਿ ਫਿਰ ਜਿਹੜੇ ਕੇਸਿਸ ਨੇ ਜਿੱਦਾਂ ਪਹਿਲਾਂ ਘਟੇ ਸੀਗੇ ਉਸੇ ਤਰੀਕੇ ਨਾਲ ਲਗਾਤਾਰ ਘਟਦੇ ਰਹਿਣ ਤੇ ਬੈਕ ਟੂ ਨਾਰਮਲ ਲਾਈਫ ਹੋਵੇ। ਸਮਾਂ ਸਮਾਪਤੀ ਵੱਲ ਜਾ ਰਿਹਾ ਵਾ ਜੀ, ਤੇ ਜਿਹੜਾ ਪ੍ਰੋਗਰਾਮ ਹੈ ਇਸ ਨੂੰ ਸਮੇਟਣ ਦਾ ਸਮਾਂ ਹੋ ਗਿਆ ਵਾ। ਆਪਾਂ ਅਗਲੇ ਹਫਤੇ ਫਿਰ ਕੁਝ ਗਰਮ ਮੁੱਦੇ ਜਿਹੜੇ ਆ, ਭਾਵੇਂ ਉਹ ਰਾਸ਼ਟਰੀ ਪੋਲਿਟਿਕਸ ਦੇ ਜਾਂ ਅੰਤਰਰਾਸ਼ਟਰੀ ਰਾਜਨੀਤੀ ਦੇ, ਉਹ ਲੈ ਕੇ ਆਵਾਂਗੇ। ਤਦ ਤੱਕ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਫਿਰ ਮਿਲਦੇ ਹਾਂ। ਬਹੁਤ ਮਿਹਰਬਾਨੀ ਜੀ। ਸੋ ਇਹ ਸਨ ਜੀ ਸਰਦਾਰ ਗੁਰਿੰਦਰ ਸਿੰਘ ਜੀ। ਅੱਜ ਵੱਖ-ਵੱਖ ਮਸਲਿਆਂ ਦੇ ਉੱਪਰ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।